हाँ जी, सत श्री अकाल जी साਰਿਆਂ ਨੂੰ। ਗਿਆਨਮ ਦੇ YouTube ਚੈਨਲ ਤੇ ਸਵਾਗਤ ਹੈ ਜੀ ਤੁਹਾਡਾ। ਅੱਜ ਆਪਾਂ ਗਾਂਧੀਅਨ ਪ੍ਰਿੰਸੀਪਲ ਅਤੇ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲਸ ਦੀ ਗੱਲ ਕਰਾਂਗੇ ਜੀ। DPSP ਦੇ ਪਹਿਲੇ ਪਾਰਟ ਦੇ ਵਿੱਚ ਆਪਾਂ ਸੋਸ਼ਲਿਸਟਿਕ ਪ੍ਰਿੰਸੀਪਲ ਡਿਸਕਸ ਕੀਤੇ ਸੀ। ਅੱਜ ਡਿਸਕਸ਼ਨ ਸ਼ੁਰੂ ਕਰਦੇ ਹਾਂ ਜੀ। ਗਾਂਧੀਅਨ ਪ੍ਰਿੰਸੀਪਲਸ ਜੋ ਨੇ ਜੀ ਇਹ ਕਿਤੇ ਨਾ ਕਿਤੇ ਜੋ ਹੈ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਨੇ। ਹੁਣ ਇਹਦੇ ਵਿੱਚੋਂ ਪਹਿਲਾ ਜਿਹੜਾ ਆਰਟੀਕਲ ਆਪਣੇ ਕੋਲ ਆਇਆ ਜੀ, ਆਰਟੀਕਲ ਨੰਬਰ 40। ਇਹਦੇ ਵਿੱਚ ਕੀ ਕਿਹਾ ਗਿਆ ਜੀ? ਹੁਣ ਜਦੋਂ ਮਹਾਤਮਾ ਗਾਂਧੀ 1915 ਦੇ ਵਿੱਚ ਭਾਰਤ ਦੇ ਵਿੱਚ ਆਏ ਜੀ, ਉਹਨਾਂ ਨੇ ਦੇਖਿਆ ਕਿ ਆਪਣੇ ਜਿਹੜੇ ਭਾਰਤ ਦੇ ਲੋਕ ਨੇ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਰਹਿ ਰਹੇ ਨੇ, ਨਾ ਤਾਂ ਉਹਨਾਂ ਕੋਲ ਕੋਈ ਜ਼ਿਆਦਾ ਪਾਵਰ ਹੈਗੀ ਹੈ। ਤਾਂ ਗਾਂਧੀ ਦੀ ਲਾਈਫ ਦਾ ਇੱਕ ਮੇਨ ਏਜੰਡਾ ਜਾਂ ਮਹਾਤਮਾ ਗਾਂਧੀ ਨੇ ਜਿਹੜਾ ਹੈ ਰੂਰਲ ਏਰੀਆਜ਼ ਦੇ ਲਈ ਕਾਫੀ ਜ਼ਿਆਦਾ ਪਾਵਰ ਦੇਣ ਦੇ ਲਈ ਗੱਲ ਕੀਤੀ ਹੈਗੀ ਹੈ। ਤੇ ਇਹਦੇ ਵਿੱਚ ਹੀ ਕਿਹਾ ਜਾਂਦਾ ਹੈਗਾ ਕਿ ਮਹਾਤਮਾ ਗਾਂਧੀ ਦੇ ਆਈਡੀਓਲੋਜੀ ਸੀ ਕਿ ਆਪਾਂ ਜਿਹੜਾ ਹੈ ਗਰਾਊਂਡ ਲੈਵਲ, ਕਿਉਂਕਿ ਭਾਰਤ ਹੈ ਜਿਹੜਾ ਉਹ ਆਪਦੇ ਪਿੰਡਾਂ ਦੇ ਵਿੱਚ ਰਹਿੰਦਾ ਹੈਗਾ, ਆਪਣੇ ਵਿਲੇਜਿਸ ਦੇ ਵਿੱਚ ਰਹਿੰਦਾ ਹੈ। ਜੇ ਆਪਾਂ ਆਪਣੇ ਗਰਾਊਂਡ ਲੈਵਲ ਤੇ ਜਿਹੜੀ ਸੋਸਾਇਟੀ ਹੈ ਜਾਂ ਅਥਾਰਟੀ ਹੈਗੀ ਆ ਉਹਨੂੰ ਇੰਪਾਵਰ ਕਰਾਂਗੇ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਆਪਣਾ ਸਮਾਜ ਇੱਕ ਚੰਗੇ ਰਸਤੇ ਵੱਲ ਵੱਧ ਸਕੂਗਾ। ਤਾਂ ਇਹਦੇ ਵਿੱਚ ਆਰਟੀਕਲ 40 ਦੇ ਵਿੱਚ ਕੀ ਕਿਹਾ ਗਿਆ ਜੀ? ਟੂ ਆਰਗੇਨਾਈਜ਼ ਵਿਲੇਜ ਪੰਚਾਇਤਸ ਐਂਡ ਇੰਡਾਓ them with necessary powers and authority to enable them to function as unit of self government। ਇਹਦਾ ਮਤਲਬ ਕੀ ਹੋਇਆ ਜੀ ਕਿ ਆਪਾਂ ਨੇ ਜਿਹੜਾ ਹੈ ਆਪਣੀਆਂ ਗ੍ਰਾਮ ਪੰਚਾਇਤਾਂ ਨੂੰ ਇੰਨੀ ਕੁ ਪਾਵਰ ਦੇਣੀ ਹੈ ਤਾਂ ਕਿ ਉਹ ਜਿਹੜਾ ਹੈ ਆਪਣੇ ਜਿਹੜਾ ਉਹਨਾਂ ਦਾ ਏਰੀਆ ਹੈਗਾ, ਪਿੰਡ ਦਾ ਏਰੀਆ, ਉੱਥੇ ਉਹ ਆਪਦੇ ਹਿਸਾਬ ਦੇ ਨਾਲ ਕੰਮ ਕਰ ਸਕਣ। ਜਿਵੇਂ ਕਿ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਊਗਾ ਜੀ, ਕਿਤੇ ਪੌਂਡ ਬਣਾਉਣਾ, ਟੋਬਾ ਬਣਾਉਣਾ, ਜਾਂ ਕਿਤੇ ਸੀਵਰੇਜ ਪਵਾਉਣਾ ਹੈਗਾ, ਕਿਤੇ ਲਾਈਟਾਂ ਲਵਾਉਣੀਆਂ ਹੈਗੀਆਂ ਨੇ, ਠੀਕ ਹੈ, ਜਾਂ ਕਿਤੇ ਲਾਈਟ ਨਹੀਂ ਆ ਰਹੀ ਹੈਗੀ। ਇਹ ਸਾਰੇ ਕੰਮ ਨੇ ਜਿਹੜੇ ਮਤਲਬ ਪੰਚਾਇਤ ਆਪਦੇ ਲੈਵਲ ਤੇ ਕਰ ਸਕੇ। ਪੰਚਾਇਤ ਨੂੰ ਇੰਨੀ ਕੁ ਪਾਵਰ ਤਾਂ ਮਿਲਣੀ ਚਾਹੀਦੀ ਹੈਗੀ ਹੈ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਜੀ ਆਪਣੀ ਸਰਕਾਰ ਨੇ 73rd ਐਂਡ 74th ਅਮੈਂਡਮੈਂਟ ਐਕਟ 1992 ਦੇ ਪਾਸ ਕੀਤੇ ਨੇ। 73ਵੀਂ ਅਮੈਂਡਮੈਂਟ ਐਕਟ ਦੇ ਨਾਲ ਜੀ ਆਪਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਪੰਚਾਇਤੀ ਰਾਜ ਐਡ ਕੀਤਾ ਹੈਗਾ, ਔਰ 74th ਅਮੈਂਡਮੈਂਟ ਦੇ ਨਾਲ ਜੀ ਉਹੀ ਅਰਬਨ ਏਰੀਆਜ਼ ਦੇ ਵਿੱਚ ਆਪਾਂ ਨੇ ਮੁਨਿਸਪੈਲਿਟੀਜ਼ ਨੂੰ ਐਡ ਕੀਤਾ ਹੈ। ਮੁਨਿਸਪੈਲਿਟੀਜ਼ ਨੂੰ ਨਗਰਪਾਲਿਕਾ ਵੀ ਕਹਿ ਦਿੰਦੇ ਨੇ, ਅਰਬਨ ਲੋਕਲ ਬੋਡੀਜ਼ ਵੀ ਕਹਿ ਦਿੰਦੇ ਨੇ, ਠੀਕ ਹੈ ਜੀ। ਔਰ ਇਹ ਵੀ ਯਾਦ ਰੱਖਿਓ ਜੀ, ਪੰਚਾਇਤੀ ਰਾਜ ਆਪਣੇ ਸੰਵਿਧਾਨ ਦੇ ਕਿਹੜੇ ਸ਼ਡਿਊਲ ਦੇ ਵਿੱਚ ਹੈਗਾ? ਪੰਚਾਇਤੀ ਰਾਜ ਹੈਗਾ ਜੀ 11th ਸ਼ਡਿਊਲ ਦੇ ਵਿੱਚ, ਔਰ ਮੁਨਿਸਪੈਲਿਟੀਜ਼ ਹੈਗੀਆਂ ਨੇ ਜੀ 12th ਸ਼ਡਿਊਲ ਦੇ ਵਿੱਚ। ਇਸ ਤੋਂ ਇਲਾਵਾ ਇਹ ਵੀ ਕੁਐਸਚਨ ਆ ਸਕਦਾ ਜੀ ਕਿ ਪੰਚਾਇਤਾਂ ਜਿਹੜੀਆਂ ਨੇ ਉਹ ਆਪਦੇ ਅਕੋਰਡਿੰਗ ਜਿਹੜਾ ਹੈ ਕਿੰਨੇ ਵਿਸ਼ਿਆਂ ਦੇ ਉੱਤੇ ਜਾਂ ਕਿੰਨੇ ਸਬਜੈਕਟਸ ਦੇ ਉੱਤੇ ਕੰਮ ਕਰ ਸਕਦੀਆਂ ਨੇ। ਤਾਂ ਪੰਚਾਇਤ ਕੋਲੇ ਹੈਗੇ ਨੇ ਜੀ 29 ਸਬਜੈਕਟਸ, ਔਰ ਮੁਨਿਸਪੈਲਿਟੀਜ਼ ਕੋਲੇ ਹੈਗੇ ਨੇ ਜੀ ਆਪਣੇ 18 ਸਬਜੈਕਟਸ, ਠੀਕ ਹੈ ਜੀ। ਇਹਨਾਂ ਦੇ ਬਾਰੇ ਮਤਲਬ ਲੋਕਲ ਬੋਡੀਜ਼ ਕਿੱਦਾਂ ਵਰਕ ਕਰਦੀਆਂ ਨੇ, ਪੰਚਾਇਤ ਸਮਿਤੀ ਹੋ ਗਈ, ਗ੍ਰਾਮ ਸਭਾ ਹੋ ਗਈ, ਠੀਕ ਹੈ ਜੀ, ਜ਼ਿਲ੍ਹਾ ਪਰਿਸ਼ਦ ਹੋ ਗਈ, ਇਹਨਾਂ ਸਾਰਿਆਂ ਦੇ ਬਾਰੇ ਕਿਸੇ ਹੋਰ ਲੈਕਚਰ ਦੇ ਵਿੱਚ ਡਿਟੇਲ 'ਚ ਡਿਸਕਸ਼ਨ ਕਰ ਲਾਂਗੇ ਕਿ ਪੰਚਾਇਤ ਦੀ ਵਰਕਿੰਗ ਕਿੱਦਾਂ ਦੀ ਹੋਗੀ, ਮੁਨਿਸਪੈਲਿਟੀਜ਼ ਦੇ ਕੀ ਟਾਈਪ ਰਹਿਣਗੇ, ਇਹ ਸਾਰਾ ਕੁਝ। ਤਾਂ ਆਪਣੇ ਗਰਾਊਂਡ ਲੈਵਲ ਤੇ ਜਿਹੜਾ ਹੈ ਜੀ ਲੋਕਾਂ ਨੂੰ ਇੰਪਾਵਰ ਕਰਨ ਦੇ ਲਈ, ਤਾਂ ਕਿ ਜੋ ਆਪਦੇ ਏਰੀਆ ਦੇ ਵਿੱਚ ਜਿਹੜਾ ਹੈ ਆਪਦੇ ਹਿਸਾਬ ਦੇ ਨਾਲ ਜਾਂ ਜਿਹੜੀ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈਗੀ ਆ ਉਹਦੇ ਹਿਸਾਬ ਨਾਲ ਕੰਮ ਕਰ ਸਕਣ, ਤਾਂ ਆਪਾਂ ਨੇ ਕੀ ਕੀਤਾ? ਵਿਲੇਜ ਪੰਚਾਇਤਾਂ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ ਹੈਗਾ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਆਪਣੇ ਭਾਰਤ ਦੇ ਵਿੱਚ ਜੇ ਪਹਿਲੀ ਪੰਚਾਇਤ ਬਣਾਈ ਗਈ ਸੀ ਤਾਂ ਉਹ ਕਦੋਂ ਬਣਾਈ ਗਈ ਹੈ, ਤੇ ਭਾਰਤ ਦੇ ਵਿੱਚ ਫਾਦਰ ਆਫ ਪੰਚਾਇਤੀ ਰਾਜ ਕਿਸ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਆਪਣੇ ਕੋਲੇ ਆਇਆ ਜੀ ਆਰਟੀਕਲ ਨੰਬਰ 43। ਆਰਟੀਕਲ ਨੰਬਰ 43 ਕੀ ਕਹਿੰਦਾ ਜੀ? ਟੂ ਪ੍ਰਮੋਟ ਕਾਟੇਜ ਇੰਡਸਟਰੀ ਔਨ ਐਨ ਇੰਡੀਵਿਜੂਅਲ ਔਰ ਕੋਆਪਰੇਸ਼ਨ ਬੇਸਿਸ ਇਨ ਦਾ ਰੂਰਲ ਏਰੀਆਜ਼। ਇਸ ਦਾ ਮਤਲਬ ਕੀ ਹੋਇਆ ਜੀ ਕਿ ਭਾਰਤ ਦੇ ਵਿੱਚ ਆਪਾਂ ਨੇ ਜਿਹੜਾ ਹੈ ਜਿਹੜੇ ਪਿੰਡ ਦੇ ਲੈਵਲ ਦੇ ਉਦਯੋਗ ਹੋਣਗੇ, ਕੋਟੇਜ ਉਦਯੋਗ ਜਾਂ ਛੋਟੇ ਉਦਯੋਗ ਹੋਣਗੇ, ਉਹਨਾਂ ਨੂੰ ਵੀ ਕੀ ਕਰਨਾ? ਆਪਾਂ ਨੇ ਪ੍ਰਮੋਟ ਕਰਨਾ ਹੈ। ਜਿਵੇਂ ਹੁਣ ਦੀਵਾਲੀ ਦੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜੀ, ਦੀਵਾਲੀ ਦੇ ਦਿਨਾਂ ਦੇ ਵਿੱਚ ਤੁਹਾਨੂੰ ਮਿੱਟੀ ਦੇ ਦੀਵੇ ਹੋ ਗਏ, ਮਿੱਟੀ ਦੇ ਭਾਂਡੇ ਹੋ ਗਏ, ਇਸ ਤੋਂ ਇਲਾਵਾ ਮਿੱਟੀ ਦੇ ਬਣੇ ਹੋਏ ਕਈ ਸਾਰੇ ਜਿਹੜੇ ਹੈਗੇ ਨੇ ਮੂਰਤੀਆਂ ਜਾਂ ਹੋਰ ਵੀ ਜਿਹੜੇ ਸਜਾਉਣ ਵਾਲਾ ਸਮਾਨ ਹੁੰਦਾ ਉਹ ਮਿਲਦਾ ਦਿਖੇਗਾ। ਇਸ ਤੋਂ ਇਲਾਵਾ ਜਿਹੜਾ ਹੈ ਜੀ ਆਪਣਾ ਕਈ ਸਾਰੀਆਂ ਕੁਰਸੀਆਂ ਹੋ ਗਈਆਂ, ਕਈ ਸਾਰੇ ਜਿਹੜੇ ਹੈਗੇ ਨੇ ਆਪਣੀਆਂ ਟੋਕਰੀਆਂ ਹੋ ਗਈਆਂ, ਇਹ ਵੀ ਬਣਾਈਆਂ ਜਾਂਦੀਆਂ ਨੇ ਜੀ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਆਪਾਂ ਨੇ ਛੋਟੇ ਉਦਯੋਗਾਂ ਨੂੰ ਪ੍ਰਮੋਟ ਕਰਨਾ। ਇੱਕ ਤਾਂ ਹੁੰਦੇ ਨੇ ਜੀ ਮਾਈਕਰੋ ਸਮਾਲ ਮੀਡੀਅਮ ਇੰਡਸਟਰੀਜ਼, ਛੋਟੇ ਅਤੇ ਲਘੂ ਉਦਯੋਗ ਆ ਗਏ। ਇਸ ਤੋਂ ਇਲਾਵਾ ਜਿਵੇਂ ਵਿਲੇਜ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜੀ, ਵਿਲੇਜ ਦੇ ਵਿੱਚ ਹੁਣ ਜੇਕਰ ਕਿਸੇ ਬੰਦੇ ਕੋਲੇ ਹੁਣ 10 ਗਾਵਾਂ ਜਾਂ ਮੱਝਾਂ ਰੱਖੀਆਂ ਹੋਈਆਂ ਨੇਗੀਆਂ, ਠੀਕ ਹੈ, ਤੇ ਇਹ 10 ਹੁਣ ਇਹਨੂੰ ਪਤਾ ਹੈਗਾ ਵੀ ਮੇਰੇ ਲਵੇ ਦੁੱਧ ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਹੋ ਰਹੀ ਹੈਗੀ ਹੈ, ਤਾਂ ਕਿਤੇ ਨਾ ਕਿਤੇ ਮੈਂ ਦੁੱਧ ਨੂੰ ਆਪਦੇ ਨੂੰ ਅੱਗੇ ਜਾ ਕੇ ਕੀ ਹੈਗਾ ਉਹਦਾ ਪਨੀਰ ਬਣਾ ਲਾਂ, ਠੀਕ ਹੈ, ਚੀਜ਼ ਬਣਾ ਦਾਂ। ਇਸ ਤੋਂ ਇਲਾਵਾ ਕੀ ਕਰ ਸਕਦਾ ਹੈਗਾ ਜੀ, ਜਾਂ ਇਹਦਾ ਜਿਹੜਾ ਹੈਗਾ ਘਿਓ ਕੱਢ ਕੇ ਵੇਚਦਾ ਅੱਗੇ। ਤਾਂ ਦੁੱਧ ਤਾਂ ਹੁਣ ਉਹਦਾ 50 ਜਾਂ 60 ਰੁਪਏ ਦਾ ਕਿਲੋ ਵਿਕੂਗਾ, ਉਹੀ ਜੇ ਉਹ ਘਿਓ ਨੂੰ ਜ਼ਿਆਦਾ ਅੱਛਾ ਮਤਲਬ ਉਹ ਚੀਜ਼ ਨੂੰ ਪ੍ਰੋਸੈਸ ਕਰਕੇ ਵੇਚੂਗਾ ਤਾਂ ਉਹਨੂੰ ਉਹਦਾ ਅੱਛਾ ਜ਼ਿਆਦਾ ਰਿਟਰਨ ਖਾਸਾ ਵਧੀਆ ਮਿਲਣ ਨੂੰ ਦੇਖੂਗਾ।
ਤਾਂ ਕਿਤੇ ਨਾ ਕਿਤੇ ਜਿਹੜਾ ਹੈ ਛੋਟੇ ਉਦਯੋਗ ਵੀ ਆਪਣੀ ਇਕਨੋਮੀ ਦੇ ਵਿੱਚ ਬਹੁਤ ਮੇਜਰ ਰੋਲ ਪਲੇ ਕਰਦੇ ਨੇ। ਇੱਕ ਤਾਂ ਆਮ ਲੋਕਾਂ ਨੂੰ ਰੁਜ਼ਗਾਰ ਮਿਲਦੀ ਹੈਗੀ ਹੈ, ਦੂਜਾ ਕੀ ਹੈ ਜੀ, ਇਹਦੇ ਨਾਲ ਜਿਹੜਾ ਹੈ ਆਪਣੇ ਪ੍ਰੋਡਕਟ ਦੀ ਮਾਰਕੀਟ ਦੇ ਵਿੱਚ ਵੈਲਿਊ ਵੀ ਵੱਧਦੀ ਹੈਗੀ ਹੈ। ਠੀਕ ਹੈ ਜੀ। ਤੇ ਦੂਸਰਾ ਇਹਦੇ ਨਾਲ ਹੀ ਇਹਦੀ ਐਗਜ਼ਾਮਪਲ ਕੀ ਹੋਈ ਜੀ, ਆਪਣੀ ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ। ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਕੀ ਹੋ ਗਿਆ ਜੀ, ਜਿਹੜਾ ਆਪਣੇ ਗ੍ਰਾਸ ਰੂਟ ਲੈਵਲ ਤੇ ਖਾਦੀ ਦੇ ਕੱਪੜੇ ਹੋ ਗਏ ਜਾਂ ਇਸ ਤੋਂ ਇਲਾਵਾ ਜਿਹੜਾ ਹੈ ਵਿਲੇਜ ਲੈਵਲ ਤੇ ਅਲੱਗ-ਅਲੱਗ ਪ੍ਰੋਡਕਟਸ ਬਣਦੇ ਨੇਗੇ, ਉਹਨਾਂ ਨੂੰ ਪ੍ਰਮੋਟ ਕਰਨ ਦਾ ਕੰਮ ਕਰਦਾ ਹੈਗਾ। ਇੱਕ ਤੁਸੀਂ ਅਗਰ ਮਤਲਬ ਇਹਦੇ 'ਚ ਨਾ ਜੀ ਜਿਵੇਂ ਆਪਣੇ ਪਾਰਟਿਕੂਲਰ ਵਨਰੇਬਲ ਟਰਾਈਬਲ ਗਰੁੱਪਸ ਨੇਗੇ, ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਹੈ, ਜਿਹੜੇ ਟਰਾਈਬਲ ਲੋਕ, ਜਿਹੜੇ ਮਤਲਬ ਜਨਜਾਤੀय ਲੋਕ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਦੁਆਰਾ ਵੀ ਜਿਹੜੇ ਅਲੱਗ-ਅਲੱਗ ਪ੍ਰੋਡਕਟਸ ਬਣਾਏ ਜਾਂਦੇ ਨੇ, ਠੀਕ ਹੈ ਜੀ, ਉਹਨਾਂ ਨੂੰ ਵੀ ਅੱਗੇ ਨਾ ਕਿਤੇ ਪ੍ਰਮੋਟ ਕਰਨ ਦਾ ਕੰਮ ਕੀਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਹੋ ਗਈ, ਇਹ ਵੀ ਜਿਹੜਾ ਹੈ ਇਹਨਾਂ ਆਈਡੀਆਜ਼ ਨੂੰ ਮੁੱਖ ਰੱਖਦੇ ਹੋਏ ਹੀ ਸਰਕਾਰ ਦੁਆਰਾ ਬਣਾਏ ਗਏ ਨੇ। ਤੇ ਇੱਕ ਅਗਲਾ ਆਇਆ ਜੀ ਆਰਟੀਕਲ ਨੰਬਰ 43B। 43B ਪਹਿਲਾਂ ਤਾਂ ਇਹੀ ਯਾਦ ਰੱਖਿਓ ਜੀ, ਇਹ ਐਡ ਕੀਤਾ ਗਿਆ ਆਪਣੇ ਕਨਸਟੀਟਿਊਸ਼ਨ ਦੇ ਵਿੱਚ 97th ਅਮੈਂਡਮੈਂਟ ਐਕਟ 2011 ਦੇ ਨਾਲ। ਠੀਕ ਹੈ ਜੀ। ਅੱਜ ਤੱਕ ਆਪਾਂ ਆਪਣੇ ਸੰਵਿਧਾਨ ਦੇ ਵਿੱਚ 105 ਅਮੈਂਡਮੈਂਟਸ ਕਰ ਚੁੱਕੇ ਹਾਂ ਜੀ। 97th ਵਾਲੀ ਹੈ ਜਿਹੜੀ ਉਹ ਆਪਣਾ ਜਿਹੜਾ ਹੈ ਕੋਆਪਰੇਟਿਵ ਸੁਸਾਇਟੀਜ਼ ਇਹਦੇ ਨਾਲ ਐਡ ਕੀਤੀਆਂ ਗਈਆਂ ਨੇ। ਇਹਦਾ ਕੀ ਮਤਲਬ ਹੋਇਆ ਜੀ, ਟੂ ਪ੍ਰਮੋਟ ਵੋਲੰਟਰੀਲੀ ਫਾਰਮੇਸ਼ਨ, ਆਟੋਨੋਮਸ ਫੰਕਸ਼ਨਿੰਗ ਐਂਡ ਡੈਮੋਕ੍ਰੈਟਿਕ ਕੰਟਰੋਲ ਐਂਡ ਪ੍ਰੋਫੈਸ਼ਨਲ ਮੈਨੇਜਮੈਂਟ ਆਫ ਕੋਆਪਰੇਟਿਵ ਸੁਸਾਇਟੀਜ਼। ਕੋਆਪਰੇਟਿਵ ਸੁਸਾਇਟੀਜ਼ ਕੀ ਹੋਈਆਂ ਜੀ, ਇਹਨਾਂ ਨੂੰ ਸਹਿਕਾਰੀ ਸੰਸਥਾਵਾਂ ਵੀ ਕਹਿ ਸਕਦੇ ਹੈਗੇ ਹੋ। ਹੁਣ ਇਹਦੇ ਵਿੱਚ ਕੀ ਹੈ ਜੀ, ਸਪੋਜ਼ ਕਰੋ ਆਪਾਂ 10 ਜਾਣੇ ਹੈਗੇ ਆ, ਠੀਕ ਹੈ ਜੀ, 10 ਜਾਣੇ ਆਪਾਂ ਰਲ ਕੇ ਸੋਚੀਏ ਕਿ ਆਪਾਂ ਇੱਕ ਬਿਜ਼ਨਸ ਖੜਾ ਕਰਦੇ ਹਾਂ, ਆਪਾਂ ਇੱਕ ਦੁੱਧ ਦੀ ਫੈਕਟਰੀ ਖੜੀ ਕਰਦੇ ਹੈਗੇ ਆ, ਠੀਕ ਹੈ ਜੀ। ਤੇ 10 ਬੰਦਿਆਂ ਨੇ ਹੁਣ ਕੀ ਕੀਤਾ, ਅਗਰ ਆਪਾਂ 10 ਬੰਦਿਆਂ ਨੇ ਰਲ ਕੇ ਇੱਕ ਫੈਕਟਰੀ ਜਾਂ ਇੱਕ ਇੰਡਸਟਰੀ ਸ਼ੁਰੂ ਕੀਤੀ ਹੈ, ਤਾਂ ਆਪਾਂ 10 ਬੰਦੇ, ਕਿਸੇ ਨੇ 100 ਰੁਪਿਆ ਪਾਇਆ, ਕਿਸੇ ਨੇ 50 ਰੁਪਿਆ ਪਾਇਆ, ਕਿਸੇ ਨੇ 1000 ਰੁਪਿਆ ਪਾਇਆ, ਇੱਦਾਂ ਕਰਕੇ 10 ਬੰਦਿਆਂ ਨੇ ਇਹਦੇ ਵਿੱਚ ਕੰਟਰੀਬਿਊਸ਼ਨ ਪਾਇਆ। ਤਾਂ ਆਪਾਂ 10 ਬੰਦੇ ਜਿੰਨਾ ਆਪਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਹੋਊਗਾ, ਉਸ ਹਿਸਾਬ ਨਾਲ ਆਪਾਂ ਇਹਦੇ ਕੀ ਹੋਗੇ, ਮਾਲਕ ਹੋਗੇ। ਤੇ ਇਹੀ ਜਿਹੜੀ ਫੈਕਟਰੀ ਹੈਗੀ ਹੈ, ਦੁੱਧ ਦੀ ਫੈਕਟਰੀ ਹੈ, ਸਪੋਜ਼ ਕਰੋ ਮਿਲਕ ਫੈਕਟਰੀ ਹੈਗੀ ਹੈ, ਤੇ ਇਹਦੇ ਤੋਂ ਆਪਾਂ ਕੀ ਕਰ ਰਹੇ ਹੈਗੇ, ਦੁੱਧ ਖਰੀਦਣ ਦਾ ਵੀ ਕਰ ਰਹੇ ਹੈਗੇ ਕੰਮ। ਤਾਂ ਕੋਆਪਰੇਟਿਵ ਸੁਸਾਇਟੀਜ਼ ਉਹ ਹੁੰਦੀਆਂ ਨੇ ਜੀ, ਜਿਹਦੇ ਵਿੱਚ ਤੁਸੀਂ ਇੱਕ ਟਾਈਮ ਤੇ ਉਸਦੇ ਮਾਲਕ ਵੀ ਹੋ ਸਕਦੇ ਹੋ, ਉਸਦੇ ਕਸਟਮਰ ਵੀ ਹੋ ਸਕਦੇ ਹੈਗੇ ਹੋ। ਤਾਂ ਸਹਿਕਾਰੀ ਸੰਸਥਾਵਾਂ ਕੀ ਕਰਦੀਆਂ ਨੇ ਜੀ, ਆਪਣੇ ਦੇਸ਼ ਦੇ ਆਮ ਲੋਕਾਂ ਨੂੰ ਕੀ ਕਰਦੀਆਂ ਨੇਗੀਆਂ, ਆਪਣੀ ਇੰਡਸਟਰੀ ਸੈਟਅਪ ਕਰਨ ਦੇ ਵਿੱਚ ਕੰਮ ਕਰਦੀਆਂ ਨੇਗੀਆਂ। ਇਸ ਤੋਂ ਇਲਾਵਾ ਕੀ ਹੈਗਾ, ਦੇਸ਼ ਦੀ ਗਰੋਥ ਦੇ ਵਿੱਚ ਵੀ ਕੰਮ ਕਰਦੀਆਂ ਨੇਗੀਆਂ। ਤੁਸੀਂ ਆਪਣਾ ਸੁਣਿਆ ਹੋਏਗਾ ਜੀ ਅਮੂਲ ਫੈਕਟਰੀ ਦੇ ਬਾਰੇ ਸੁਣਿਆ ਹੋਏਗਾ। ਅਮੂਲ ਐਜ਼ ਏ ਕੋਆਪਰੇਟਿਵ ਸੁਸਾਇਟੀ ਹੀ ਸ਼ੁਰੂ ਕੀਤੀ ਗਈ ਸੀ, ਠੀਕ ਹੈ ਜੀ। ਔਰ ਇਹ ਦੱਸਿਓ ਜੀ ਕਮੈਂਟ ਕਰਕੇ ਕਿ ਮਿਲਕਮੈਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈਗਾ। ਤੇ ਇਸ ਦਾ ਐਕਟ ਜਿਹੜਾ ਪਾਸ ਕੀਤਾ ਜੀ ਸਰਕਾਰ ਨੇ, ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀਜ਼ ਐਕਟ 2002 ਦੇ ਵਿੱਚ ਵੀ ਪਾਸ ਕੀਤਾ ਸੀਗਾ, ਤਾਂ ਕਿ ਜੋ ਹੈ ਕਈ ਸਾਰੀ ਸਟੇਟਸ ਦੇ ਵਿੱਚ ਵੀ ਕੋਆਪਰੇਟਿਵ ਸੁਸਾਇਟੀਜ਼ ਦੀ ਫੰਕਸ਼ਨਿੰਗ ਨੂੰ ਸਮੂਥਨਿੰਗ ਕੀਤੀ ਜਾ ਸਕੇ। ਨੈਕਸਟ ਆਇਆ ਜੀ ਆਪਣੇ ਲਵੇ ਆਰਟੀਕਲ ਨੰਬਰ 46। ਆਰਟੀਕਲ ਨੰਬਰ 46 ਕੀ ਕਹਿੰਦਾ ਜੀ, ਟੂ ਪ੍ਰਮੋਟ ਐਜੂਕੇਸ਼ਨਲ ਐਂਡ ਇਕਨੋਮਿਕ ਇੰਟਰਸਟ ਆਫ ਐਸਸੀਜ਼, ਐਸਟੀਜ਼ ਐਂਡ ਅਦਰ ਵੀਕਰ ਸੈਕਸ਼ਨ ਆਫ ਦਾ ਸੋਸਾਇਟੀ ਐਂਡ ਟੂ ਪ੍ਰੋਟੈਕਟ them ਫਰੋਮ ਸੋਸ਼ਲ ਇੰਜਸਟਿਸ ਐਂਡ ਐਕਸਪਲੋਇਟੇਸ਼ਨ। ਸਿੰਪਲ ਲੈਂਗੁਏਜ ਦੇ ਵਿੱਚ ਕਿਹਾ ਜਾਵੇ ਜੀ, ਇਹਦੇ ਵਿੱਚ ਕਿਹਾ ਗਿਆ ਕਿ ਆਪਾਂ ਨੇ ਜਾਂ ਸਰਕਾਰ ਨੇ ਅਜਿਹੀਆਂ ਅਵਸਥਾਵਾਂ ਕਰਨੀਆਂ ਨੇਗੀਆਂ ਜਿਹਦੇ ਆਧਾਰ ਤੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਅਤੇ ਹੋਰ ਜਿਹੜੇ ਪਿਛੜੇ ਵਰਗ ਨੇ, ਉਹਨਾਂ ਦੀ ਆਪਾਂ ਕੀ ਕਰ ਸਕੀਏ ਜੀ, ਉਹਨਾਂ ਦੀ ਆਰਥਿਕ ਪੱਧਰ ਤੇ ਪਹਿਲਾਂ ਤਾਂ ਉਹਨਾਂ ਦੇ ਇੰਟਰਸਟ ਨੂੰ ਬਚਾ ਕੇ ਰੱਖਣਾ ਹੈ, ਦੂਸਰਾ ਕੀ ਹੈ, ਉਹਨਾਂ ਨਾਲ ਸਮਾਜਿਕ ਅਨਿਆਏ ਨਾ ਹੋ ਸਕੇ ਤੇ ਉਹਨਾਂ ਦਾ ਉਤਪੀੜਨ ਜਾਂ ਐਕਸਪਲੋਇਟੇਸ਼ਨ ਨਾ ਹੋ ਸਕੇ, ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈਗਾ। ਹੁਣ ਇਹਨਾਂ ਨੂੰ ਦੇਖਦੇ ਹੋਏ ਕੀ ਕਰਦੀ ਹੈ ਜੀ ਸਰਕਾਰ ਨੇ, ਐਸਸੀਜ਼ ਔਰ ਐਸਟੀਜ਼ ਲਈ ਤਾਂ ਰਿਜ਼ਰਵੇਸ਼ਨ ਦਾ ਪ੍ਰੋਵੀਜ਼ਨ ਰੱਖਿਆ ਹੋਇਆ ਹੈਗਾ, ਤਾਂ ਕਿ ਜਿਹੜੇ ਲੋਕ ਹੁਣ ਆਪਣੀ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਹੈਗੀ ਹੈ ਜੀ, ਆਜ਼ਾਦੀ ਮਿਲਣ ਤੇ ਕੀ ਹੋਇਆ, ਹੁਣ ਆਪਣੇ ਦੇਸ਼ ਦਾ ਕੁਝ ਹਿੱਸਾ ਤਾਂ ਇਹੋ ਜਿਹਾ ਸੀ, ਕੁਝ ਲੋਕ ਤਾਂ ਅਮੀਰ ਸੀਗੇ ਜਿਹੜੇ ਕਿ ਮਤਲਬ ਫਾਰਵਰਡ ਕਲਾਸ ਕਹਿ ਸਕਦੇ ਹੈਗੇ, ਜਾਂ ਜਿਹੜੇ ਉਸ ਟਾਈਮ ਤੇ ਅੱਛੇ ਖਾਸੇ ਪੜ੍ਹੇ ਲਿਖੇ ਸੀ ਜਾਂ ਜਿਨ੍ਹਾਂ ਦੀ ਇੰਡਸਟਰੀਜ਼ ਚੱਲ ਰਹੀਆਂ ਸੀ। ਬਟ ਕੁਝ ਬੰਦੇ ਐਸੇ ਸੀ ਜਾਂ ਕੁਝ ਸਮਾਜ ਦਾ ਹਿੱਸਾ ਐਸਾ ਸੀ ਜਿਨ੍ਹਾਂ ਦਾ ਕਈ ਸਾਲਾਂ ਤੋਂ ਜਿਹੜਾ ਹੈ, ਕਈ ਹਜ਼ਾਰ ਸਾਲਾਂ ਤੋਂ ਜਾਂ ਕਈ 100 ਸਾਲਾਂ ਤੋਂ ਸ਼ੋਸ਼ਣ ਹੁੰਦਾ ਆ ਰਿਹਾ ਸੀ, ਠੀਕ ਹੈ ਜੀ। ਉਹਨਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਉਹ ਇੱਕ ਲਿਮਟਿਡ ਏਰੀਆ ਦੇ ਵਿੱਚ ਰਹਿ ਰਹੇ ਸੀ, ਨਾ ਹੀ ਉਹਨਾਂ ਨੂੰ ਮਤਲਬ ਜ਼ਿਆਦਾ ਸੁਸਾਇਟੀ ਦੇ ਵਿੱਚ ਜਾਂ ਸਮਾਜ ਦੇ ਵਿੱਚ ਘੁਲਣ ਮਿਲਣ ਦਿੱਤਾ ਜਾਂਦਾ ਸੀ। ਤਾਂ ਇਹਦੇ ਆਧਾਰ ਤੇ ਸਰਕਾਰ ਨੇ ਕੀ ਕਿਹਾ ਵੀ ਜਿਹੜੇ ਲੋਕ ਅੱਗੇ ਨਿਕਲ ਚੁੱਕੇ ਨੇ ਉਹਨਾਂ ਦਾ ਤਾਂ ਕੋਈ ਚੱਕਰ ਨਹੀਂ, ਉਹ ਤਾਂ ਅੱਗੇ ਆਪਦਾ ਕੰਮ ਕਰਦੇ ਰਹਿਣ, ਪਰ ਜਿਹੜਾ ਸਮਾਜ ਦਾ ਹਿੱਸਾ ਪਿੱਛੇ ਰਹਿ ਗਿਆ ਆਪਾਂ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ ਹੈ।
ਤਾਂ ਇਸ ਆਈਡੀਆ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈ ਜੀ ਸਰਕਾਰ ਨੇ 10 ਸਾਲਾਂ ਦੇ ਲਈ ਰਿਜ਼ਰਵੇਸ਼ਨ ਦਾ ਕਨਸੈਪਟ ਸ਼ੁਰੂ ਕੀਤਾ ਸੀਗਾ। ਤੇ ਅੱਜ ਦੀ ਡੇਟ 'ਚ ਵੀ ਕਿਤੇ ਨਾ ਕਿਤੇ ਆਵਾਜ਼ ਉੱਠਦੀ ਹੈ ਵੀ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾਣਾ ਚਾਹੀਦਾ, ਕਿਤੇ ਨਾ ਕਿਤੇ ਮਤਲਬ ਰਿਜ਼ਰਵੇਸ਼ਨ ਨੂੰ ਜਿੰਨਾ ਫਾਇਦਾ ਪਹੁੰਚਣਾ ਸੀ ਪਹੁੰਚ ਗਿਆ। ਬਟ ਜੋ ਹੈ ਜੀ ਪੰਜਾਬ ਦੀ ਗੱਲ ਕਰੀਏ, ਪੰਜਾਬ ਫਿਰ ਵੀ ਇੰਡੀਆ ਦੇ ਰਿਸਪੈਕਟ ਦੇ ਵਿੱਚ ਕਾਫੀ ਡਿਵੈਲਪਡ ਸਟੇਟ ਹੈਗੀ ਹੈ। ਉਹੀ ਜੇ ਆਪਾਂ ਪੰਜਾਬ ਦਾ ਇੰਡੀਆ ਦੇ ਯੂਪੀ ਬਿਹਾਰ ਵਾਲੇ ਰੀਜਨ ਨੂੰ ਦੇਖੀਏ ਜਾਂ ਗੁਜਰਾਤ ਮਹਾਰਾਸ਼ਟਰ ਵਾਲੇ ਰੀਜਨ ਨੂੰ ਦੇਖੀਏ, ਜਿੱਥੇ ਕਿ ਜੀ ਅੱਜ ਦੀ ਡੇਟ 'ਚ ਵੀ ਜਾਤੀ ਦਾ ਬਹੁਤ ਜ਼ਿਆਦਾ ਬੋਲਬਾਲਾ ਹੈਗਾ। ਤੇ ਸੋਸਾਇਟੀ ਦੇ ਵਿੱਚ ਆਪਣਾ ਜਿਹੜਾ ਹੈ ਜੀ ਜਿੱਥੇ ਤੱਕ ਆਪਣਾ ਰਿਜ਼ਰਵੇਸ਼ਨ ਦਾ ਫਾਇਦਾ ਪਹੁੰਚਣਾ ਚਾਹੀਦਾ ਸੀ, ਜਿਹੜੇ ਮੁੱਖ ਉਦੇਸ਼ ਨਾਲ ਜਿਹੜੇ ਮੇਨ ਆਬਜੈਕਟਿਵ ਦੇ ਨਾਲ ਇਹ ਚੀਜ਼ ਸ਼ੁਰੂ ਕੀਤੀ ਗਈ ਸੀ, ਉਹ ਗੋਲ ਨੂੰ ਆਪਾਂ ਕਿਤੇ ਨਾ ਕਿਤੇ ਹਲੇ ਤੱਕ ਅਚੀਵ ਵੀ ਨਹੀਂ ਕਰ ਪਾਏ ਹੈਗੇ। ਤਾਂ ਸਰਕਾਰ ਜਿਹੜਾ ਹੈ ਹਰੇਕ 10 ਸਾਲ ਦੇ ਬਾਅਦ ਇਹਦਾ ਪੀਰੀਅਡ ਐਕਸਟੈਂਡ ਕਰਦੀ ਰਹਿੰਦੀ ਹੈ। ਇਹਦਾ ਵੀ ਤੁਹਾਨੂੰ ਪਤਾ ਹੋਊਗਾ ਜੀ ਕਿ ਆਪਣਾ ਜਿਹੜਾ ਹੈ ਸਰਕਾਰ ਨੇ 2020 ਦੇ ਵਿੱਚ 104 ਅਮੈਂਡਮੈਂਟ ਐਕਟ ਜਿਹੜੀ ਹੋਈ ਹੈਗੀ ਹੈ, ਉਹਦੇ ਨਾਲ ਐਸਸੀਜ਼ ਔਰ ਐਸਟੀਜ਼ ਦੀ ਰਿਜ਼ਰਵੇਸ਼ਨ ਨੂੰ 2030 ਤੱਕ ਐਕਸਟੈਂਡ ਕੀਤਾ ਹੈਗਾ। ਤੇ 104 ਅਮੈਂਡਮੈਂਟ ਐਕਟ ਹੋਇਆ ਜੀ 2020 ਦਾ, ਤੇ ਇਹੀ ਅਮੈਂਡਮੈਂਟ ਐਕਟ ਹੈਗੇ ਜੀ ਜਿਹਦੇ ਨਾਲ ਇੱਕ ਐਂਗਲੋ ਇੰਡੀਅਨਸ ਦੀ ਰਿਜ਼ਰਵੇਸ਼ਨ ਨੂੰ ਵੀ ਭਾਰਤ ਦੇ ਵਿੱਚੋਂ ਖਤਮ ਕੀਤਾ ਗਿਆ ਹੈਗਾ। ਠੀਕ ਹੈ ਜੀ। ਹੁਣ ਇਹਦੇ ਰਿਗਾਰਡਿੰਗ ਇਸ ਤੋਂ ਇਲਾਵਾ ਨਾ ਜੀ ਜਿਹੜਾ ਆਪਣਾ ਇਕਨੋਮਿਕ ਵੀਕਰ ਸੈਕਸ਼ਨ, ਜਿਹੜੇ ਜਨਰਲ ਕੈਟਾਗਰੀ ਦੇ ਵਿੱਚ ਵੀ ਬੰਦੇ ਰਹਿੰਦੇ ਨੇਗੇ, ਉਹਨਾਂ ਨੂੰ ਵੀ ਸਰਕਾਰ ਨੇ ਰਿਜ਼ਰਵੇਸ਼ਨ ਦਿੱਤੀ ਹੈਗੀ ਹੈ। ਇਕਨੋਮਿਕ ਵੀਕਰ ਸੈਕਸ਼ਨ ਜਿਹੜਾ ਹੈ ਇਹਨਾਂ ਦੇ ਲਈ ਸਰਕਾਰ ਨੇ ਅਲੱਗ ਤੋਂ 10% ਕੋਟੇ ਦਾ ਐਲਾਨ ਕੀਤਾ ਹੈਗਾ ਕਿ ਜੇਕਰ ਕੋਈ ਬੰਦਾ ਆਰਥਿਕ ਪੱਧਰ ਤੇ ਪਿੱਛੇ ਰਹਿ ਰਿਹਾ, ਜਨਰਲ ਕੈਟਾਗਰੀ ਦੇ ਬੰਦੇ, ਹੁਣ ਐਦਾਂ ਤਾਂ ਹੈ ਨਹੀਂ ਜੀ ਕਿ ਕੋਈ ਸਾਰੇ ਜਨਰਲ ਕੈਟਾਗਰੀ ਵਾਲੇ ਮਤਲਬ ਅਮੀਰ ਹੀ ਹੋਣਗੇ, ਤਾਂ ਇਕਨੋਮਿਕ ਵੀਕਰ ਸੈਕਸ਼ਨ ਦੇ ਵਿੱਚ ਆਪਾਂ ਨੇ ਐਜ਼ ਏ ਪੈਸੇ ਨੂੰ ਜਾਂ ਉਹਨਾਂ ਦੀ ਘਰ ਦੀ ਹਾਲਤ ਨੂੰ ਦੇਖਦੇ ਹੋਏ ਕਿਸੇ ਬੰਦੇ ਨੂੰ ਰਿਜ਼ਰਵੇਸ਼ਨ ਦੇ ਸਕਦੇ ਹੈਗੇ ਆ। ਤੇ ਕਮੈਂਟ ਕਰਕੇ ਦੱਸਿਓ ਜੀ ਇਕਨੋਮਿਕ ਵੀਕਰ ਸੈਕਸ਼ਨ ਵਾਲੀ ਜਿਹੜੀ ਰਿਜ਼ਰਵੇਸ਼ਨ ਹੈ, ਇਹਦਾ ਰਿਜ਼ਰਵੇਸ਼ਨ ਮਤਲਬ ਇਹ ਕਿਹੜੇ ਅਮੈਂਡਮੈਂਟ ਐਕਟ ਦੇ ਨਾਲ ਇਕਨੋਮਿਕ ਵੀਕਰ ਸੈਕਸ਼ਨ ਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜੋੜਿਆ ਗਿਆ। ਤਾਂ ਇਹਦੀ ਐਗਜ਼ਾਮਪਲ ਹੋਗੀ ਜੀ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ ਇਨ 1976, ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬ ਐਕਟ ਇਨ 1989। ਇਸ ਤੋਂ ਇਲਾਵਾ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਹੋ ਗਿਆ ਜੀ, ਇਹ ਆਰਟੀਕਲ 338 ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈਗਾ। ਇਸ ਤੋਂ ਇਲਾਵਾ ਜੀ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਟ੍ਰਾਈਬ, ਇਹ ਆਰਟੀਕਲ 338A ਦੇ ਵਿੱਚ ਆ ਗਿਆ ਜੀ। ਤੇ ਨੈਸ਼ਨਲ ਕਮਿਸ਼ਨ ਫॉर ਇੱਕ ਬੈਕਵਰਡ ਕਲਾਸਿਸ ਜਿਹੜਾ ਹੈਗਾ ਜੀ, ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ, ਇਹ ਵੀ ਆਪਣੇ ਸੰਵਿਧਾਨ ਦੇ ਵਿੱਚ ਨਵਾਂ ਐਡ ਕੀਤਾ। ਇਹਨੂੰ ਐਡ ਕੀਤਾ ਗਿਆ ਜੀ 102 ਅਮੈਂਡਮੈਂਟ ਐਕਟ, ਇਹ ਐਡ ਕੀਤਾ ਗਿਆ ਜੀ 2000 ਆਪਣਾ 18 ਦੇ ਵਿੱਚ। ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ 102 ਅਮੈਂਡਮੈਂਟ ਐਕਟ 2018 ਦੇ ਵਿੱਚ ਐਡ ਕੀਤਾ ਗਿਆ। ਠੀਕ ਹੈ ਜੀ। ਤਾਂ ਇਹਨਾਂ ਦੇ ਪੱਧਰ ਤੇ ਵੀ ਕੀ ਹੈ ਵੀ ਆਪਾਂ ਨੇ ਰਾਸ਼ਟਰੀ ਪੱਧਰ ਤੇ ਕੁਝ ਐਸੇ ਕਮਿਸ਼ਨ ਬਣਾਏ ਨੇ ਜਿਹੜੇ ਐਸਸੀ ਕਮਿਊਨਿਟੀ, ਐਸਟੀ ਕਮਿਊਨਿਟੀ ਔਰ ਬੈਕਵਰਡ ਕਲਾਸਿਸ ਦੇ ਲਈ ਸਟੈਪ ਚੱਕ ਰਹੇ ਹੋਣਗੇ ਜਾਂ ਇਹਨਾਂ ਦੀ ਵੈਲਫੇਅਰ ਲਈ ਪਲੈਨਿੰਗ ਦੀ ਫਾਰਮੇਸ਼ਨ ਕਰਕੇ ਜਾਂ ਸਰਕਾਰ ਨੂੰ ਰეკਮੈਂਡੇਸ਼ਨ ਦੇਣ ਦਾ ਕੰਮ ਕਰਨਗੇ। ਤਾਂ ਇਹਦੇ ਵਿੱਚ ਵੀ ਦਿੱਤਾ ਹੈ 10% ਰਿਜ਼ਰਵੇਸ਼ਨ ਟੂ ਦਾ ਇਕਨੋਮਿਕਲੀ ਵੀਕਰ ਸੈਕਸ਼ਨ। ਠੀਕ ਹੈ ਜੀ। ਨੈਕਸਟ ਆਇਆ ਜੀ ਆਪਣੇ ਕੋਲੇ ਆਰਟੀਕਲ ਨੰਬਰ 47। ਆਰਟੀਕਲ ਨੰਬਰ 47 ਹੈ ਜੀ, ਇਹ ਵਾਲਾ ਆਪਾਂ ਨੇ ਜਿਹੜਾ ਹੈ ਸੋਸ਼ਲਿਸਟਿਕ ਪ੍ਰਿੰਸੀਪਲਸ ਦੇ ਵਿੱਚ ਵੀ ਪੜ੍ਹਿਆ ਸੀਗਾ ਤੇ ਇਹ ਗਾਂਧੀ ਦੇ ਪ੍ਰਿੰਸੀਪਲਸ ਦੇ ਵਿੱਚ ਵੀ ਆ ਰਿਹਾ ਹੈਗਾ। ਕੁਝ ਆਈਡੀਓਲੋਜੀ ਸਮਾਜਵਾਦ ਦੇ ਸਿਧਾਂਤ ਹੈ, ਕੁਝ ਆਈਡੀਓਲੋਜੀ ਜਿਹੜੀ ਹੈ ਗਾਂਧੀਅਨ ਪ੍ਰਿੰਸੀਪਲਸ ਤੇ ਹੈ। ਇਹਦੇ ਵਿੱਚ ਕੀ ਹੈ ਜੀ, ਟੂ ਪ੍ਰੋਹਿਬਿਟ ਦਾ ਕੰਜ਼ੰਪਸ਼ਨ ਆਫ ਇੰਟੌਕਸੀਕੇਟਿੰਗ ਡਰਿੰਕਸ ਐਂਡ ਡਰੱਗਸ ਵਿਚ ਆਰ ਇੰਜੂਰੀਅਸ ਟੂ ਹੈਲਥ। ਮਤਲਬ ਕੀ ਹੋਇਆ ਜੀ ਕਿ ਸਰਕਾਰ ਨੇ ਅਜਿਹੇ ਨਸ਼ੀਲੇ ਪਦਾਰਥਾਂ ਦੇ ਉੱਤੇ ਬੈਨ ਲਗਾ ਸਕਦੀ ਹੈ ਜਿਹੜੇ ਮਨੁੱਖ ਦੀ ਸਿਹਤ ਦੇ ਲਈ ਹਾਨੀਕਾਰਕ ਹੋਣਗੇ। ਹੁਣ ਸਰਕਾਰ ਜਿਹੜਾ ਹੈ ਜੀ ਡਰਿੰਕਸ ਵਗੈਰਾ ਹੋ ਗਈਆਂ, ਸ਼ਰਾਬ ਵਗੈਰਾ ਹੋ ਗਈ, ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੇ ਹਾਨੀਕਾਰਕ ਡਰੱਗਸ ਹੋ ਗਏ, ਜਿਵੇਂ ਪੰਜਾਬ ਦੇ ਵਿੱਚ ਚਿੱਟੇ ਦਾ ਕਾਫੀ ਤੇ ਨਸ਼ੇ ਦਾ ਕਾਫੀ ਨਾਮ ਸੁਣਦੇ ਹੋਵੋਗੇ ਜੀ ਤੁਸੀਂ, ਕੋਈ ਨਾ ਕੋਈ ਮਤਲਬ ਪੰਜਾਬ 'ਚ ਨਸ਼ੇ ਦੀ ਕਾਫੀ ਜ਼ਿਆਦਾ ਕੰਜ਼ੰਪਸ਼ਨ ਹੈਗੀ ਹੈ। ਤਾਂ ਸਰਕਾਰ ਨੂੰ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਨੇ ਜਿਹਦੇ ਨਾਲ ਕੀ ਹੈਗਾ ਆਪਣੀ ਸਰਕਾਰ ਇਹ ਨਸ਼ੀਲੇ ਪਦਾਰਥਾਂ ਤੇ ਰੋਕ ਲਗਾ ਸਕੇ। ਜਿੱਦਾਂ ਤੁਸੀਂ ਸੁਣਿਆ ਹੋਏਗਾ ਜੀ ਬਿਹਾਰ ਹੈ ਜਿਹੜੀ, ਬਿਹਾਰ ਹੋ ਗਿਆ ਜਾਂ ਗੁਜਰਾਤ ਹੋ ਗਿਆ, ਇਹ ਕੀ ਨੇ ਡਰਾਈ ਸਟੇਟਸ ਨੇ। ਡਰਾਈ ਸਟੇਟਸ ਦਾ ਮਤਲਬ ਇੱਥੇ ਇਹ ਨਹੀਂ ਹੈਗਾ ਜੀ ਵੀ ਇਹ ਪਾਣੀ ਨਹੀਂ ਮਿਲਦਾ, ਇੱਥੇ ਸੁੱਕੇ ਪਿਆ। ਇੱਥੇ ਡਰਾਈ ਸਟੇਟ ਦਾ ਮਤਲਬ ਕੀ ਹੈ ਜੀ, ਇੱਥੇ ਦੀਆਂ ਸਰਕਾਰਾਂ ਨੇ ਇੱਥੇ ਸ਼ਰਾਬ ਅਤੇ ਦਾਰੂ ਦੇ ਸ਼ਰਾਬ ਦੇ ਉੱਤੇ ਬੈਨ ਲਗਾ ਰੱਖਿਆ ਹੈਗਾ। ਬਿਹਾਰ ਦੇ ਵਿੱਚ ਵੀ ਹੈ ਜੀ, ਗੁਜਰਾਤ ਦੇ ਵਿੱਚ ਵੀ ਹੈਗਾ। ਤਾਂ ਤੁਸੀਂ ਕਈ ਸਾਰੀਆਂ ਮੂਵੀਜ਼ ਦੇ ਵਿੱਚ ਵੀ ਦੇਖਿਆ ਹੋਊਗਾ ਵੀ ਹਨਾ, ਇੱਕ ਮਤਲਬ ਪੁਲਿਸ ਵਾਲੇ ਜਦੋਂ ਖਾਸੀ, ਕਿਉਂਕਿ ਹੁਣ ਇਲੀਗਲ ਵੇ ਦੇ ਨਾਲ ਤਸਕਰੀ ਕਰਦੇ ਹੋਣਗੇ ਜੇ ਇੱਥੇ, ਤਾਂ ਪੁਲਿਸ ਵਾਲੇ ਕੀ ਕਰਦੇ ਨੇ ਫਿਰ ਬੁਲਡੋਜ਼ਰ ਮੰਗਾ ਕੇ, ਰੋਡ ਰੋਲਰ ਜਾਂ ਮੰਗਾ ਕੇ ਬੋਤਲਾਂ ਤੋੜਨ ਦਾ ਕੰਮ ਕਰ ਰਹੇ ਹੁੰਦੇ ਨੇ। ਕਈ ਸਾਰੀਆਂ ਮੂਵੀਜ਼ ਦੇ ਵਿੱਚ ਦਿਖਾਇਆ ਵੀ ਜਾਂਦਾ ਜੀ ਇਹ। ਤੇ ਇਹਦੇ ਰਿਗਾਰਡਿੰਗ ਕੀ ਹੈ ਜੀ, ਅਲੱਗ-ਅਲੱਗ ਲੈਵਲ ਤੇ ਆਪਣੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ। ਪਹਿਲਾ ਆ ਗਿਆ ਜੀ ਫਸਾਈ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ। ਤਾਂ ਇਹਦੇ ਵਿੱਚ ਕੀ ਹੈ, ਹਰੇਕ ਬੋਡੀ ਜਿਹੜੀ ਹੈਗੀ ਹੈ ਜੀ, ਹਰੇਕ ਜਿਹੜਾ ਪ੍ਰੋਡਕਟ ਹੋਊਗਾ ਉਹਨੂੰ ਜਿਹੜਾ ਹੈ ਰੈਗੂਲੇਟ, ਜਾਂ ਉਹਦੇ ਵਿੱਚ ਕਿਸੇ ਚੀਜ਼ ਦੀ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ, ਉਹਨੂੰ ਜਿਹੜਾ ਹੈ ਭਾਰਤ ਸਰਕਾਰ ਦਾ ਆਹ ਡਿਪਾਰਟਮੈਂਟ ਇਹਨੂੰ ਰੈਗੂਲੇਟ ਕਰਨ ਦਾ ਕੰਮ ਕਰ ਰਿਹਾ ਹੋਊਗਾ।
ਇਸ ਤੋਂ ਇਲਾਵਾ ਨਸ਼ਿਆਂ ਨੂੰ ਰੋਕਣ ਲਈ ਜਿਹੜਾ ਹੈਗਾ ਜੀ ਨਾਰਕੋਟਿਕਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ ਐਕਟ 1985 ਵੀ ਪਾਸ ਕੀਤਾ ਜੀ। ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਤੋਂ ਮਤਲਬ ਮੋਸਟ ਆਫ ਦੇ ਬੱਚੇ ਪੰਜਾਬ ਤੋਂ ਹੋਵੋਗੇ ਜੀ। ਪੰਜਾਬ ਦੇ ਵਿੱਚੋਂ ਹਰੇਕ ਬੱਚੇ ਦਾ ਘਰ ਕੋਈ ਨਾ ਕੋਈ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਜ਼ਰੂਰ ਹੋਊਗਾ ਜੀ। ਤੇ ਕੈਨੇਡਾ ਦੇ ਵਿੱਚ ਤੁਸੀਂ ਸੁਣਨ ਨੂੰ ਮਿਲਦਾ ਹੋਊਗਾ ਕਿ ਉੱਥੇ ਮੈਰੀਜੁਆਨਾ ਜਿਹੜਾ ਹੈਗਾ ਮੈਰੀਜੁਆਨਾ ਜਾਂ ਵੀਡ ਹੈ ਜਿਹੜੀ ਉਹ ਉਧਰ ਲੀਗਲ ਹੈਗੀ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਇੰਡੀਆ ਦੇ ਵਿੱਚ ਇਹ ਚੀਜ਼ ਇਲੀਗਲ ਹੈਗੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਜੀ ਅਫੀਮ ਦੀ ਖੇਤੀ ਨਹੀਂ ਕਿਤੇ ਕਰਨ ਦਿੱਤੀ ਜਾਂਦੀ। ਉਹੀ ਚੀਜ਼ ਜਿਹੜੀ ਹੈਗੀ ਰਾਜਸਥਾਨ ਦੇ ਵਿੱਚ ਸਰਕਾਰ ਮਤਲਬ ਸਰਕਾਰੀ ਕੰਟਰੈਕਟ ਮਿਲਦੇ ਨੇ, ਉੱਥੇ ਜਿਹੜਾ ਹੈਗਾ ਇਹਦੀ ਅਫੀਮ ਦੀ ਓਪੀਅਮ ਦੀ ਖੇਤੀ ਕੀਤੀ ਜਾਂਦੀ ਹੈਗੀ ਹੈ। ਤਾਂ ਇਹ ਚੀਜ਼ਾਂ ਬਟ ਕਿਤੇ ਨਾ ਕਿਤੇ ਜਿਹੜਾ ਹੈਗਾ ਜੀ ਡਰਿੰਕਸ ਜਿਹੜੀਆਂ ਆ ਗਈਆਂ, ਡਰਿੰਕਸ ਮਤਲਬ ਸ਼ਰਾਬ ਦੀ ਗੱਲ ਆ ਗਈ। ਤੁਸੀਂ ਕਰੋਨਾ ਟਾਈਮ ਤੇ ਦੇਖਿਆ ਹੀ ਹੋਊਗਾ ਜੀ, ਜਦੋਂ ਲੋਕਡਾਊਨ ਖੁੱਲਿਆ ਤਾਂ ਸਰਕਾਰ ਨੇ ਜਦੋਂ ਕਿਹਾ ਵੀ ਹਾਂ ਜਿਹੜੇ ਬੰਦਿਆਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਨੇਗੀਆਂ ਉਹ ਖਰੀਦ ਸਕਦੇ ਨੇਗੇ, ਤਾਂ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਲਾਈਨ ਲੱਗੀ ਹੁੰਦੀ ਸੀ ਆਪਣੇ ਡਰ ਦੁਆਲੇ ਠੇਕਿਆਂ ਦੇ ਅੱਗੇ ਲੱਗੀ ਹੁੰਦੀ ਸੀ। ਆਪਾਂ ਸਮਝਦੇ ਰਹਿੰਦੇ ਆਂਗੇ ਵੀ ਹਾਂ ਆਪਣੇ ਲਈ ਜਿਹੜਾ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਜਾਂ ਦਵਾਈਆਂ ਹੋ ਗਈਆਂ ਜਾਂ ਐਜੂਕੇਸ਼ਨ ਹੋ ਗਈ ਇਹੀ ਜ਼ਿਆਦਾ ਜ਼ਰੂਰੀ ਹੈ, ਬਟ ਕੁਝ ਲੋਕਾਂ ਲਈ ਸ਼ਰਾਬ ਜ਼ਿਆਦਾ ਜ਼ਰੂਰੀ ਹੈ ਜੀ, ਉਹ ਇੱਧਰ ਨੂੰ ਚਲੇ ਗਏ, ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਲਵੇ ਆਰਟੀਕਲ ਨੰਬਰ 48 ਦੇ ਵਿੱਚ ਕੀ ਆ ਗਿਆ ਜੀ, ਟੂ ਪ੍ਰੋਹਿਬਿਟ ਸਲੋਟਰ ਆਫ ਕਾਵਜ਼ ਐਂਡ ਅਦਰ ਮਿਲਚ ਐਂਡ ਡਰੌਟ ਕੈਟਲ ਟੂ ਇੰਪਰੂਵ देयर ਬਰੀਡਸ। ਮਤਲਬ ਕੀ ਹੈ ਜੀ ਕਿ ਆਪਾਂ ਨੇ ਭਾਰਤ ਦੇ ਵਿੱਚ ਇਦਾਂ ਦੀ ਵਿਵਸਥਾ ਕਰਨੀ ਹੈਗੀ ਹੈ ਜਿਹਦੇ ਨਾਲ ਕੀ ਹੈ ਜਿਹੜੀ ਇਹ ਕਾਂ ਹੋ ਗਈ, ਇਸ ਤੋਂ ਇਲਾਵਾ ਜਿਹੜੇ ਦੁਧਾਰੂ ਪਸ਼ੂ ਹੋ ਗਏ, ਜਿਹੜੇ ਜਾਨਵਰਾਂ ਤੋਂ ਜਾਂ ਜਿਹੜੇ ਪਸ਼ੂਆਂ ਤੋਂ ਆਪਾਂ ਕੀ ਹੈਗਾ ਦੁੱਧ ਲੈ ਰਹੇ ਹੈਗੇ ਆ, ਠੀਕ ਹੈ ਜੀ। ਤਾਂ ਉਹਨਾਂ ਦਾ ਸਲੋਟਰ ਮਤਲਬ ਉਹਨਾਂ ਨੂੰ ਮਾਰਨ ਦਾ ਕੰਮ ਹੈ ਜਿਹੜਾ ਪਹਿਲਾਂ ਤਾਂ ਰੋਕਿਆ ਜਾਵੇ। ਇਸ ਤੋਂ ਇਲਾਵਾ ਕੀ ਹੈ ਇਹਨਾਂ ਦੇ ਜੀਵਨ ਪੱਧਰ ਜਾਂ ਇਹਨਾਂ ਦੇ ਜਿਹੜੇ ਬਰੀਡ ਹੈਗੀ ਹੈ ਇਹਦੇ ਵਿੱਚ ਸੁਧਾਰ ਕਰਨ ਦਾ ਕੰਮ ਕੀਤਾ ਜਾਵੇ। ਕਹਿਣ ਦਾ ਭਾਵ ਕੀ ਹੈ ਜੀ ਕਿ ਆਪਾਂ ਨੇ ਭਾਰਤ ਦੇ ਵਿੱਚ ਕਾਓ ਸਲੋਟਰ ਨੂੰ ਰੋਕਣਾ ਹੈਗਾ, ਪਰ ਕਿਤੇ ਨਾ ਕਿਤੇ ਜਿਹੜਾ ਹੈ ਜੀ ਮਤਲਬ ਵੈਸਟਰਨ ਕੰਟਰੀਜ਼ ਮਤਲਬ ਜਿਹੜੀਆਂ ਪੱਛਮੀ ਦੇਸ਼ ਨੇਗੇ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਮਤਲਬ ਕਾਫੀ ਜ਼ਿਆਦਾ ਰੈੱਡ ਮੀਟ ਦੀ ਕੰਜ਼ੰਪਸ਼ਨ ਹੁੰਦੀ ਹੈਗੀ ਹੈ। ਰੈੱਡ ਮੀਟ ਮਤਲਬ ਜਿਹੜਾ ਕਾਓ ਦਾ ਮਾਸ ਹੋ ਗਿਆ ਇਹਦੀ ਕੰਜ਼ੰਪਸ਼ਨ ਕਾਫੀ ਜ਼ਿਆਦਾ ਹੁੰਦੀ ਹੈ, ਤੇ ਇੰਡੀਆ ਦੇ ਵਿੱਚ ਕਾਓ ਦੇ ਮਾਸ ਨੂੰ ਬੀਫ ਕਿਹਾ ਜਾਂਦਾ ਜੀ। ਤੇ ਬੀਫ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ ਜਾਂ ਬੀਫ ਐਕਸਪੋਰਟ ਹੈ ਜਿਹੜਾ ਇੰਡੀਆ ਦੇ ਵਿੱਚ ਕਾਫੀ ਅਮਾਊਂਟ ਦੇ ਵਿੱਚ ਵਧ ਹੀ ਰਿਹਾ ਜੀ। ਤੇ ਤੁਸੀਂ ਕਾਫੀ ਸੁਣਿਆ ਹੋਵੇਗਾ ਕਿ ਕਿਤੇ ਹੈ ਨਾ ਗੱਡੀਆਂ ਦੇ ਵਿੱਚ ਜਾਨਵਰਾਂ ਨੂੰ ਲੈ ਕੇ ਜਾ ਰਹੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਜਿਹੜੇ ਬੰਦੇ ਟਰੱਕ ਚਲਾ ਰਹੇ ਹੁੰਦੇ ਨੇ ਉਹਨਾਂ ਨੂੰ ਭੀੜ ਨੇ ਫੜ ਕੇ ਮਾਰਤਾ ਜਾਂ ਕੁੱਟਤਾ। ਮੌਬ ਲਿੰਚਿੰਗ ਦੇ ਕੇਸਿਸ ਵੀ ਕਾਫੀ ਦੇਖਣ ਨੂੰ ਮਿਲਦੇ ਨੇਗੇ। ਤਾਂ ਇਹਨਾਂ ਦੇ ਵਿੱਚ ਕੀ ਐਕਟ ਆਏ ਨੇ ਜੀ, ਪ੍ਰੋਵਾਈਡਿੰਗ ਇੰਪਰੂਵਡ ਐਗਰੀਕਲਚਰ ਇਨਪੁਟ, ਇਹਨਾਂ ਨੂੰ ਜਿਹੜਾ ਹੈਗਾ ਅੱਛੇ ਖਾਦ ਪਦਾਰਥ ਦਿੱਤੇ ਜਾਣ, ਅੱਛੇ ਤਰ੍ਹਾਂ ਦੇ ਫਰਟੀਲਾਈਜ਼ਰ ਜਾਂ ਅੱਛੇ ਸੀਡਸ ਦਿੱਤੇ ਜਾਣ, ਇਰੀਗੇਸ਼ਨ ਫੈਸਿਲਿਟੀਜ਼ ਹੋਣ, ਅਲਾਉਸ ਟੂ ਪ੍ਰੋਹਿਬਿਟ ਸਲੋਟਰ ਆਫ ਕਾਊਜ਼, ਇਹ ਸਾਰੀਆਂ ਚੀਜ਼ਾਂ। ਇੱਕ ਚੀਜ਼ ਦੱਸਿਓ ਜੀ, ਜਿਸ ਤਰ੍ਹਾਂ ਰਾਈਟ ਟੂ ਲਾਈਫ ਆਰਟੀਕਲ 21 ਆਫ ਕਨਸਟੀਟਿਊਸ਼ਨ ਜਿਹੜਾ ਹੈ ਰਾਈਟ ਟੂ ਲਾਈਫ ਦੀ ਗੱਲ ਕਰਦਾ ਹੈ ਕਿ ਆਪਣੇ ਸੰਵਿਧਾਨ ਦੇ ਵਿੱਚ ਬੰਦਿਆਂ ਨੂੰ ਤਾਂ ਆਪਾਂ ਨੇ ਜੀਵਨ ਦਾ ਅਧਿਕਾਰ ਦਿੱਤਾ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਜਾਨਵਰਾਂ ਨੂੰ ਇਦਾਂ ਦਾ ਕੋਈ ਰਾਈਟ ਦਿੱਤਾ ਹੋਊਗਾ ਜੀ? ਬੇਸਿਕਲੀ ਜਾਨਵਰਾਂ ਦੇ ਲਈ ਨਾ ਇੱਕ ਅਲੱਗ ਤੋਂ ਸਰਕਾਰ ਨੇ ਐਕਟ ਪਾਸ ਕੀਤਾ ਹੋਇਆ ਪ੍ਰੀਵੈਂਸ਼ਨ ਆਫ ਐਨੀਮਲ ਕ੍ਰੂਐਲਿਟੀ ਐਕਟ, ਠੀਕ ਹੈ ਜੀ। ਤਾਂ ਉਹਦੇ ਅੰਦਰ ਕੀ ਹੈ ਜਾਨਵਰਾਂ ਨੂੰ ਮਤਲਬ ਆਪਾਂ ਨੇ ਉਹਨਾਂ ਦੇ ਖਿਲਾਫ ਕੀ ਹੈਗਾ ਮਤਲਬ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਕੀ ਹੈ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੋਵੇ। ਤੁਸੀਂ ਇਹ ਦੱਸਣਾ ਜੀ ਕਿ ਆਪਣਾ ਜਿਹੜਾ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਹੈ ਇਹ ਬੰਦਿਆਂ ਤੱਕ ਹੀ ਸੀਮਿਤ ਹੈ ਜਾਂ ਇਹ ਆਪਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਜਾਨਵਰਾਂ ਨੂੰ ਵੀ ਦਿੱਤਾ ਹੋਇਆ ਹੈਗਾ, ਠੀਕ ਹੈ ਜੀ। ਨੈਕਸਟ ਆਪਣੇ ਜਿਹੜੇ ਪ੍ਰਿੰਸੀਪਲਸ ਆਏ ਜੀ ਇਹ ਆਏ ਲਿਬਰਲ ਇੰਟੈਲੈਕਚੁਅਲ ਪ੍ਰਿੰਸੀਪਲ। ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਪਹਿਲਾਂ ਤਾਂ ਆ ਗਿਆ ਜੀ ਆਰਟੀਕਲ ਨੰਬਰ 44। ਇਹਦੇ ਤੇ ਪਤਾ ਨਹੀਂ ਕਿੰਨੇ ਹੀ ਕੁਐਸਚਨ ਤੁਹਾਨੂੰ ਪਹਿਲਾਂ ਦੇ ਪੇਪਰਾਂ 'ਚ ਪੁੱਛੇ ਗਏ ਨੇ ਜੀ, ਆਉਣ ਵਾਲੇ ਸਮੇਂ 'ਚ ਵੀ ਪੁੱਛੇ ਹੀ ਜਾਣਗੇ ਕਿਉਂਕਿ ਇਹ ਕਿਤੇ ਨਾ ਕਿਤੇ ਜੀ ਕਰੰਟ ਅਫੇਅਰ ਦੇ ਵਿੱਚ ਵੀ ਬਣਿਆ ਰਹਿੰਦਾ ਤੁਹਾਡਾ, ਤੇ ਸਟੈਟਿਕ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ। ਇਹਦਾ ਕੀ ਮਤਲਬ ਹੋਇਆ ਜੀ, ਟੂ ਸਿਕਿਉਰ ਆਲ ਸਿਟੀਜ਼ਨਸ ਐਜ਼ ਏ ਯੂਨੀਫਾਰਮ ਸਿਵਲ ਕੋਡ ਥਰੂ ਆਊਟ ਦਾ ਕੰਟਰੀ। ਇਹਦਾ ਕੀ ਮਤਲਬ ਹੋਇਆ ਜੀ, ਹੁਣ ਆਪਣੇ ਭਾਰਤ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ ਜੀ, ਬਹੁਤ ਜ਼ਿਆਦਾ ਆਪਣੇ ਦੇਸ਼ ਦੇ ਵਿੱਚ ਡਾਇਵਰਸਿਟੀ ਦੇਖਣ ਨੂੰ ਮਿਲਦੀ ਹੈ। ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ, ਸਿੱਖ ਧਰਮ, ਠੀਕ ਹੈ ਜੀ, ਬੋਧੀ, ਜੈਨੀ, ਪਾਰਸੀ ਹੋ ਗਏ, ਇਸ ਤੋਂ ਇਲਾਵਾ ਜ਼ੋਰੈਸਟਰੀਅਨਸ ਹੋ ਗਏ, ਮਤਲਬ ਕਾਫੀ ਸਾਰੇ ਧਰਮਾਂ ਦੇ ਲੋਕ ਆਪਣੇ ਰਹਿੰਦੇ ਨੇ। ਹੁਣ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈਗਾ ਜੀ ਕ੍ਰਿਮੀਨਲ ਲਾਅ ਤਾਂ ਸਭ ਦੇ ਲਈ ਸੇਮ ਹੈ। ਅਗਰ ਸਪੋਜ਼ ਕਰੋ ਕਿਸੇ ਹਿੰਦੂ ਨੇ ਕਿਸੇ ਬੰਦੇ ਦਾ ਮਰਡਰ ਕੀਤਾ ਤੇ ਦੂਜੇ ਪਾਸੇ ਜਿਹੜਾ ਹੈ ਕਿਸੇ ਮੁਸਲਿਮ ਬੰਦੇ ਨੇ ਮਰਡਰ ਕੀਤਾ ਜਾਂ ਕਿਸੇ ਸਿੱਖ ਬੰਦੇ ਨੇ ਮਰਡਰ ਕੀਤਾ ਤਾਂ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਵੀ ਜੇਕਰ ਕੋਈ ਬੰਦਾ ਕਿਸੇ ਬੰਦੇ ਨੂੰ ਮਾਰੂਗਾ ਤਾਂ ਉਹਨੂੰ ਜਿਹੜਾ ਹੈ 7 ਸਾਲ 10 ਸਾਲ ਇੰਨੇ ਟਾਈਮ ਦੀ ਸਜ਼ਾ ਹੋਊਗੀ। ਮਤਲਬ ਕੀ ਹੋਇਆ ਕ੍ਰਿਮੀਨਲ ਕੇਸਿਸ ਤਾਂ ਸਭ ਦੇ ਲਈ ਸੇਮ ਹੀ ਨੇਗੇ, ਬਟ ਦਿੱਕਤ ਆਉਂਦੀ ਹੈ ਜੀ ਸਿਵਲ ਕੇਸਿਸ ਦੇ ਉੱਤੇ। ਸਿਵਲ ਕੇਸਿਸ ਮਤਲਬ ਜੀ ਸਪੋਜ਼ ਕਰੋ ਕਿਸੇ ਦਾ ਮੈਰਿਜ ਦਾ ਡਿਸਪਿਊਟ ਹੈਗਾ, ਇਨਹੈਰੀਟੈਂਸ ਦਾ ਡਿਸਪਿਊਟ ਹੈਗਾ, ਇਸ ਤੋਂ ਇਲਾਵਾ ਜਿਹੜਾ ਹੈਗਾ ਜੀ ਕਿਸੇ ਬੰਦੇ ਦਾ ਜਿਹੜਾ ਹੈਗਾ ਆਪਣਾ ਸਕਸੈਸ਼ਨ ਦਾ ਡਿਸਪਿਊਟ ਹੋ ਸਕਦਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਡਿਸਪਿਊਟ ਹੋ ਸਕਦੇ ਨੇ।
ਹੁਣ ਹਿੰਦੂਆਂ ਦੇ ਮੈਰਿਜ ਐਕਟ ਨੇ ਜਿਹੜੇ ਹਿੰਦੂ ਮੈਰਿਜ ਐਕਟ ਦੇ ਅਕੋਰਡਿੰਗ ਗਵਰਨ ਕੀਤੇ ਜਾਂਦੇ ਨੇ, ਇਸਲਾਮ ਸ਼ਰੀਅਤ ਦੇ ਲਾਜ਼ ਦੇ ਅਕੋਰਡਿੰਗ ਜਿਹੜਾ ਹੈ ਮੁਸਲਿਮਸ ਦੇ ਮੈਰਿਜ ਲਾ ਗਵਰਨ ਕੀਤੇ ਜਾਂਦੇ ਨੇ। ਅਗਰ ਇਨਹੈਰੀਟੈਂਸ ਦੀ ਗੱਲ ਕੀਤੀ ਜਾਵੇ, ਜੇਕਰ ਕਹਾਂ ਮੈਂ ਵੀ ਮੇਰੇ ਫਾਦਰ ਦੇ 2-3 ਬੱਚੇ ਹੈਗੇ ਨੇ, ਠੀਕ ਹੈ, ਤਾਂ ਮੈਨੂੰ ਕਿੰਨਾ ਸ਼ੇਅਰ ਮਿਲੂਗਾ, ਮੇਰੇ ਭਾਈ ਜਾਂ ਭੈਣ ਨੂੰ ਕਿੰਨਾ ਸ਼ੇਅਰ ਮਿਲੂਗਾ, ਮਤਲਬ ਸਾਨੂੰ ਕਿੰਨੀ ਚੀਜ਼ ਮਿਲੂਗੀ ਸਾਡੇ ਪਿਤਾ ਦੀ ਪ੍ਰਾਪਰਟੀ ਦੇ ਵਿੱਚੋਂ, ਇਨਹੈਰੀਟੈਂਸ ਦੇ ਵਿੱਚੋਂ, ਵਿਰਾਸਤ ਚੋਂ। ਤਾਂ ਇਦਾਂ ਦੇ ਜਿਹੜੇ ਲਾਜ਼ ਹੋ ਗਏ ਜੀ, ਇਹ ਕਿਤੇ ਨਾ ਕਿਤੇ ਸਿਵਲ ਲਾਜ਼ ਦਾ ਹੀ ਪਾਰਟ ਬਣਦੇ ਨੇ। ਤਾਂ ਇਹਨਾਂ ਦੇ ਵਿੱਚ ਕੀ ਹੋਊਗਾ ਜੀ ਕਿ ਆਪਣੀ ਸਰਕਾਰ ਨੂੰ ਇਹ ਹਦਾਇਤ ਦਿੱਤੀ ਗਈ ਹੈ ਵੀ ਆਪਾਂ ਨੇ ਜਿਵੇਂ GST ਜਿਹੜਾ ਟੈਕਸ ਹੈਗਾ, GST ਪੂਰੇ ਇੰਡੀਆ ਦੇ ਲਈ ਇੱਕ ਯੂਨੀਫਾਰਮ ਟੈਕਸ ਹੋ ਗਿਆ, ਠੀਕ ਹੈ, ਜਾਂ ਯੂਨੀਫਾਰਮ ਤੋਂ ਯਾਦ ਰੱਖ ਲਓ ਵੀ ਸਕੂਲ ਦੇ ਵਿੱਚ ਯੂਨੀਫਾਰਮ ਲੱਗੀ ਹੁੰਦੀ ਸੀ, ਸਾਰੇ ਬੱਚਿਆਂ ਨੇ ਉਹੀ ਪਾ ਕੇ ਆਣੀ ਹੁੰਦੀ ਸੀ, ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ, ਸਾਰੇ ਬੰਦੇ ਇੱਕੋ ਤਰੀਕੇ ਦੇ ਨਾਲ ਡੀਲ ਕੀਤੇ ਜਾਣਗੇ। ਤਾਂ ਇਹਦੇ ਵਿੱਚ ਕੀ ਆ ਗਿਆ ਵੀ ਆਪਾਂ ਪੂਰੇ ਦੇਸ਼ ਦੇ ਲਈ ਇਦਾਂ ਦਾ ਕਾਨੂੰਨ ਬਣਾਈਏ ਜਿਹਦੇ ਨਾਲ ਕੀ ਹੈ ਆਪਾਂ ਸਾਰੇ ਤਰ੍ਹਾਂ ਦੇ ਜਿਹੜੇ ਕੇਸਿਸ ਨੇ ਇਹਨਾਂ ਨਾਲ ਡੀਲ ਕਰ ਸਕੀਏ। ਤੇ ਕਿਤੇ ਨਾ ਕਿਤੇ ਇਹਦਾ ਨਿਊਜ਼ ਦੇ ਵਿੱਚ ਬਣੇ ਰਹਿਣ ਦਾ ਕਾਰਨ ਕੀ ਹੈ ਜੀ, ਮੋਦੀ ਗਵਰਨਮੈਂਟ ਇਹਦੇ ਉੱਤੇ ਲਾਅ ਬਣਾਉਣਾ ਵੀ ਚਾਹ ਰਹੀ ਸੀਗੀ, ਬਟ ਉਹਨਾਂ ਨੇ ਪੋਸਟਪੋਨ ਕਰਤਾ ਕਿਉਂਕਿ 2024 ਦੇ ਵਿੱਚ ਅਗਲੇ ਸਾਲ ਆਪਣੇ ਕੀ ਨੇ ਜੀ, ਚੋਣਾਂ ਹੋਣੀਆਂ ਨੇ, ਇਲੈਕਸ਼ਨ ਹੋਣੇ ਨੇ। ਤਾਂ ਸਰਕਾਰ ਨੇ ਕਿਹਾ ਵੀ ਪਹਿਲਾਂ ਇੱਕ ਵਾਰ ਇਲੈਕਸ਼ਨ ਹੋ ਜਾਣ ਦਿਓ, ਇਹਦੇ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਇਹਦੇ ਤੇ ਲਾਅ ਬਣਾ ਕੇ ਅਸੀਂ ਮਤਲਬ ਇੱਕ ਲਾਅ ਅਲੱਗ ਤੋਂ ਐਕਟ ਦੇ ਥਰੂ ਪਾਸ ਕਰਕੇ ਬਣਾਵਾਂਗੇ। ਤਾਂ ਅਗਲੇ ਸਾਲ ਜਾਂ ਇਸ ਤੋਂ ਅਗਲੇ ਸਾਲ 2024 ਜਾਂ 25 ਦੇ ਵਿੱਚ ਤੁਹਾਨੂੰ ਇਹਦੇ ਉੱਤੇ ਲਾਅ ਬਣਦਾ ਦਿਖ ਸਕਦਾ ਹੈ। ਤੇ ਅੱਜ ਦੀ ਡੇਟ ਦੇ ਵਿੱਚ ਇਹਦੇ ਤੇ ਹਲੇ ਤੱਕ ਜੀ ਇੰਡੀਆ ਲੈਵਲ ਤੇ ਕੋਈ ਸੌਰੀ ਪੈਨ ਇੰਡੀਆ ਲੈਵਲ ਤੇ ਕੋਈ ਲਾਅ ਐਸ ਸੱਚ ਐਗਜ਼ਿਸਟ ਨਹੀਂ ਕਰ ਰਿਹਾ ਜਾਂ ਬਣਿਆ ਨਹੀਂ ਹੋਇਆ ਹੈਗਾ। ਤੇ ਇਹ ਵੀ ਯਾਦ ਰੱਖਿਓ ਜੀ, ਗੋਆ ਪਹਿਲੀ ਸਟੇਟ ਸੀ ਇੰਡੀਆ ਦੇ ਵਿੱਚ ਜਿੱਥੇ ਕੀ ਹੈਗਾ ਯੂਨੀਫਾਰਮ ਸਿਵਲ ਲਾਅ ਦੇ ਉੱਤੇ ਆਪਣਾ ਪਹਿਲਾ ਕਾਨੂੰਨ ਬਣਿਆ ਵੀ ਹੋਇਆ ਸੀ, ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲੇ ਆਰਟੀਕਲ ਨੰਬਰ 45। ਆਰਟੀਕਲ 45 ਕਹਿੰਦਾ ਜੀ ਟੂ ਪ੍ਰੋਵਾਈਡ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਫॉर ऑल ਚਿਲਡਰਨ ਅੰਟਿਲ ਦੇ ਕੰਪਲੀਟ ਏਜ ਆਫ 6 ਇਅਰਸ। ਮਤਲਬ ਆਪਾਂ ਨੇ 6 ਸਾਲ ਤੋਂ ਛੋਟੇ ਬੱਚਿਆਂ ਦੀ ਕੀ ਕਰਨਾ ਹੈ ਜੀ, ਉਹਨਾਂ ਦੀ ਚਾਈਲਡਹੁੱਡ ਕੇਅਰ ਵੀ ਰੱਖਣੀ ਹੈ ਤੇ ਉਹਨਾਂ ਦੀ ਐਜੂਕੇਸ਼ਨ ਦਾ ਵੀ ਧਿਆਨ ਰੱਖਣਾ ਹੈਗਾ। ਪਹਿਲਾਂ ਇੱਕ ਚੀਜ਼ ਯਾਦ ਹੀ ਰੱਖਿਓ ਜੀ, 86 ਅਮੈਂਡਮੈਂਟ ਐਕਟ 2002, 86ਵੀਂ ਅਮੈਂਡਮੈਂਟ 2002 ਦੇ ਨਾਲ ਕੀ ਕੀਤਾ ਗਿਆ ਜੀ, ਇਹਦੇ ਨਾਲ ਆਪਣੇ ਕਨਸਟੀਟਿਊਸ਼ਨ ਦਾ ਪਹਿਲਾਂ ਤਾਂ ਆਰਟੀਕਲ 21A ਜੋੜਿਆ ਗਿਆ। ਇਹਦਾ ਮਤਲਬ ਕੀ ਹੋ ਗਿਆ ਜੀ, ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ, ਰਾਈਟ ਟੂ ਐਜੂਕੇਸ਼ਨ 86 ਅਮੈਂਡਮੈਂਟ ਐਕਟ 2002 ਦੇ ਨਾਲ ਜੋੜਿਆ ਗਿਆ। ਤੇ ਇਹਦੇ ਨਾਲ ਹੀ ਕੀ ਕੀਤਾ ਗਿਆ ਜੀ, ਜਿਹੜੇ ਇੱਥੇ ਪਹਿਲਾਂ 6 ਸਾਲ ਹੈ, ਇੱਥੇ ਪਹਿਲਾਂ ਲਿਖਿਆ ਹੁੰਦਾ ਸੀ ਜੀ 14 ਇਅਰਸ, ਇਹਨੂੰ ਚੇਂਜ ਕਰਕੇ ਆਪਾਂ ਨੇ ਕਰਤਾ ਜੀ 6 ਸਾਲ, ਕਿਉਂਕਿ ਰਾਈਟ ਟੂ ਐਜੂਕੇਸ਼ਨ ਹੈ ਜੀ ਜਿਹੜਾ 6 ਤੋਂ 14 ਸਾਲ ਤੱਕ ਦੇ ਬੱਚੇ ਤਾਂ ਆਪਾਂ ਨੇ ਐਜੂਕੇਸ਼ਨ ਦੇ ਐਕਟ ਦੇ ਅੰਦਰ ਕਵਰ ਕਰਤੇ, ਤੇ ਜਿਹੜੇ 6 ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਨੂੰ ਆਪਾਂ ਨੇ ਆਰਟੀਕਲ 45 'ਚ ਹੀ ਰੱਖਿਆ। ਹੁਣ ਇਹਦਾ ਕੀ ਹੈ ਜੀ, ਸਕੂਲ ਦੇ ਵਿੱਚ ਹੁਣ ਤੁਸੀਂ ਦੇਖਿਆ ਹੋਊਗਾ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਆਂਗਣਵਾੜੀ ਸਕੂਲ ਹੋ ਗਏ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਮਤਲਬ ਪਲੇਵੇ ਸਕੂਲ ਜੇ ਹੋ ਜਾਂਦੇ ਨੇਗੇ, ਠੀਕ ਹੈ। ਹੁਣ ਜੇ ਕੋਈ ਪਿੰਡ ਦਾ ਬੱਚਾ ਸਕੂਲ ਦੇ ਵਿੱਚ ਜਾ ਰਿਹਾ, ਉੱਥੇ अर्ਲੀ ਚਾਈਲਡਹੁੱਡ ਕੇਅਰ ਦੇ ਵਿੱਚ ਕੇਸ ਕੀ ਕਰ ਸਕਦੇ ਨੇ, ਉਹਨਾਂ ਨੂੰ ਚੌਲ ਦਿੱਤੇ ਜਾਂਦੇ ਨੇ, ਚਾਵਲ ਦਿੱਤੇ ਜਾਂਦੇ ਨੇ ਖਾਣ ਨੂੰ, ਇਸ ਤੋਂ ਇਲਾਵਾ ਦਲੀਆ ਵਗੈਰਾ ਦਿੱਤਾ ਜਾਂਦਾ ਹੈਗਾ। ਤਾਂ ਪਹਿਲਾਂ ਕੀ ਕਰਦੇ ਸੀ, ਬੱਚੇ ਨੂੰ ਖਵਾਇਆ ਪਿਆਇਆ ਤੇ ਉਹਦੇ ਘਰਾਂ 'ਚ ਤੋਰਤਾ। ਤੇ ਅੱਜ ਦੇ ਸਮੇਂ 'ਚ ਕੀ ਹੈ ਜੀ, ਸਰਕਾਰ ਜਿਵੇਂ ਹੁਣ ਪਿੱਛੇ ਜੇ ਆਂਗਣਵਾੜੀ ਵਰਕਰਸ ਦੀਆਂ ਵੈਕੈਂਸੀਜ਼ ਨਿਕਲ ਕੇ ਹਟੀਆਂ ਨੇਗੀਆਂ ਪੰਜਾਬ ਦੇ ਵਿੱਚ, ਉਸ ਦੇ ਨਾਲ ਕੀ ਹੈ ਕਿ ਮਤਲਬ ਕੀ ਕਰ ਰਹੀ ਹੈ ਸਰਕਾਰ, ਆਂਗਣਵਾੜੀ ਲੈਵਲ ਤੇ ਬੱਚਿਆਂ ਨੂੰ ਕੀ ਹੈ ਐਜੂਕੇਸ਼ਨ ਪ੍ਰੋਵਾਈਡ ਕਰਨ ਦਾ ਵੀ ਕੰਮ ਕਰ ਰਹੀ ਹੈਗੀ। ਪਹਿਲਾਂ ਤਾਂ ਖਵਾ ਕੇ ਤੋਰ ਦਿੰਦੇ ਸੀ, ਹੁਣ ਥੋੜਾ ਜਿਹਾ ਪੜ੍ਹਾਉਣ ਦਾ ਕੰਮ ਵੀ ਚੱਲ ਰਿਹਾ ਕਿ ਇਨ ਕੇਸ ਉਹ ਬੱਚਾ ਅੱਗੇ ਫਿਊਚਰ ਦੇ ਵਿੱਚ ਆ ਕੇ ਅਗਰ ਕਿਸੇ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜ੍ਹੂਗਾ, ਹੁਣ ਜੇ ਕੋਈ ਸ਼ਹਿਰਾਂ ਦੇ ਵਿੱਚ ਤਾਂ ਇਹ ਜਿਹੜੇ ਪਲੇਵੇ ਸਕੂਲ ਨੇ ਇਹਨਾਂ ਦੀ ਫੀਸ ਵੀ ਕਾਫੀ ਜ਼ਿਆਦਾ ਹੁੰਦੀ ਹੈ ਜੀ, ਤੇ ਉਹ ਬੱਚੇ ਨੂੰ ਇੰਗਲਿਸ਼ ਵੀ ਅੱਛੀ ਤਰ੍ਹਾਂ ਆਉਂਦੀ ਹੁੰਦੀ ਹੈ। ਤੇ ਦੂਜਾ ਬੱਚਾ ਜਿਹੜਾ ਪਿੰਡ ਤੋਂ ਆਇਆ ਹੋਊਗਾ ਉਹਨੂੰ ਐਂ ਲੱਗੂਗਾ ਵੀ ਮੈਂ ਪਤਾ ਨਹੀਂ ਕਿੰਨਾ ਕੁ ਪਿੱਛੇ ਰਹਿ ਗਿਆ ਜਾਂ ਕਿੱਥੇ ਕੁ ਸਟੈਂਡ ਕਰਦਾ, ਇਹ ਬੰਦੇ ਜ਼ਿਆਦਾ ਹੀ ਅੱਗੇ ਬੋਲੀ, ਇਹ ਅੰਗਰੇਜ਼ੀ ਚਰੀ ਵਾਂਗੂ ਵੱਢੀ ਜਾਂਦੇ ਨੇ ਤੇ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਪਈ ਹੈਗੀ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਸਰਕਾਰ ਕਹਿੰਦੀ ਹੈ ਵੀ ਪਹਿਲਾਂ ਤਾਂ ਆਪਾਂ ਨੇ ਉਹਨਾਂ ਦੇ ਨਿਊਟ੍ਰੀਸ਼ਨ ਲੈਵਲ ਤੇ अर्ਲੀ ਚਾਈਲਡਹੁੱਡ ਕੇਅਰ ਕਰਨੀ ਹੈ, ਦੂਸਰਾ ਕੀ ਹੈ ਉਹਨਾਂ ਨੂੰ ਐਜੂਕੇਸ਼ਨ ਵੀ ਪ੍ਰੋਵਾਈਡ ਕਰਨੀ ਹੈਗੀ ਹੈ। ਤੇ ਇਹਦੀ ਐਗਜ਼ਾਮਪਲ ਕੀ ਆ ਗਈ ਜੀ, ਆਪਣਾ ਰਾਈਟ ਟੂ ਐਜੂਕੇਸ਼ਨ ਐਕਟ 2009, 86 ਅਮੈਂਡਮੈਂਟ 2002 ਦੀ ਹੈ ਜੀ, ਰਾਈਟ ਟੂ ਐਜੂਕੇਸ਼ਨ ਐਕਟ ਹੈ ਜਿਹੜਾ ਇਹ 2009 ਦਾ ਆ ਗਿਆ। ਨੈਕਸਟ ਆਇਆ ਜੀ ਆਪਣੇ ਕੋਲੇ ਆਰਟੀਕਲ 48 ਟੂ ਆਰਗੇਨਾਈਜ਼ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਔਨ ਦਾ ਮਾਡਰਨ ਐਂਡ ਸਾਇੰਟੀਫਿਕ ਲਾਈਨਸ। ਇਸ ਦਾ ਕੀ ਮਤਲਬ ਹੋਇਆ ਜੀ ਕਿ ਆਪਾਂ ਨੇ ਆਪਣੀ ਜਿਹੜੀ ਖੇਤੀ ਹੈਗੀ ਹੈ, ਖੇਤੀ ਨੂੰ ਮਾਡਰਨ ਲਾਈਨਸ ਦੇ ਹਿਸਾਬ ਨਾਲ ਇਹਦੇ ਵਿੱਚ ਨਵੇਂ-ਨਵੇਂ ਤਰੀਕਿਆਂ ਨੂੰ ਯੂਜ਼ ਕਰਨਾ ਹੈਗਾ। ਇਸ ਤੋਂ ਇਲਾਵਾ ਇਹਨੂੰ ਸਾਇੰਟੀਫਿਕ ਲਾਈਨਸ ਤੇ ਪ੍ਰਮੋਟ ਕਰਨਾ ਹੈਗਾ। ਹੁਣ ਤੁਸੀਂ ਸੁਣਿਆ ਹੋਊਗਾ ਜੀ ਆਪਣੇ ਜਿਹੜਾ ਹੈ ਜੀਰੀ ਦੀ ਫਸਲ ਵੱਢਤੀ, ਠੀਕ ਹੈ, ਜੀਰੀ ਦੀ ਫਸਲ ਵੱਢਣ ਤੋਂ ਬਾਅਦ ਕੀ ਹੈ ਆਪਣੇ ਪਰਾਲੀ ਨੂੰ ਅੱਗ ਲਗਾ ਦਿੰਦੇ ਨੇ, ਆਪਾਂ ਅੰਗਰੇਜ਼ੀ 'ਚ ਇਹਨੂੰ ਕਹਿ ਦਿੰਦੇ ਹਾਂ ਸਟਬਲ ਬਰਨਿੰਗ। ਤਾਂ ਇਹਦੇ ਨਾਲ ਕੀ ਹੋ ਗਿਆ ਜੀ, ਜਿਹੜੀ ਆਪਣੇ ਜੀਰੀ ਨੂੰ ਮਤਲਬ ਸੌਰੀ ਪਰਾਲੀ ਨੂੰ ਅੱਗ ਲਗਾਤੀ, ਉਹਦੇ ਨਾਲ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਦਿੱਲੀ, ਵੈਸਟਰਨ ਯੂਪੀ ਇੱਧਰਲੀ ਸਾਈਡ ਤੇ ਕਾਫੀ ਜ਼ਿਆਦਾ ਪੋਲਿਊਸ਼ਨ ਦੇਖਣ ਨੂੰ ਮਿਲਦਾ ਹੈਗਾ। ਅਕਤੂਬਰ ਤੇ ਨਵੰਬਰ ਦੇ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਪੋਲਿਊਸ਼ਨ ਹੋਊਗਾ।
ਤੇ ਹੁਣ ਤੁਸੀਂ ਦਿੱਲੀ ਦੀ ਸਰਕਾਰ ਨੇ ਇੱਕ ਚੀਜ਼ ਕੀਤੀ ਹੈਗੀ ਜੀ, ਉਹਨਾਂ ਨੇ ਇੱਕ ਮਤਲਬ ਅਲੱਗ ਲੈਵਲ ਤੋਂ ਇੱਕ ਸਾਇੰਟੀਫਿਕ ਮਤਲਬ ਫਾਰਮੂਲਾ ਤਿਆਰ ਕੀਤਾ, ਜਿਹਦੇ ਨਾਲ ਕੀ ਹੈ ਵੀ ਉਹਨੂੰ ਤੁਸੀਂ ਪਾਣੀ ਦੇ ਸੌਰੀ ਆਪਦੀ ਖੇਤਾਂ ਦੇ ਵਿੱਚ ਛਿੜਕੋ, ਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਤੁਸੀਂ ਜ਼ਮੀਨ ਨੂੰ ਵਾਹਣ ਦਾ ਕੰਮ ਕਰੋਗੇ, ਵਾਹੋਗੇ, ਤਾਂ ਉਹ ਜਿਹੜਾ ਹੈਗਾ ਖਰਚਾ ਜਾਂ ਤੁਹਾਡੀ ਜ਼ਮੀਨ ਦੇ ਨਾਲ ਹੀ ਵਿੱਚ ਮਿਕਸਅਪ ਹੋ ਜਾਊਗਾ। ਤਾਂ ਇਹਦੇ ਨਾਲ ਕੀ ਹੋ ਗਿਆ ਵੀ ਆਪਾਂ ਆਪਣੀ ਸੋਸਾਇਟੀ ਦੇ ਵਿੱਚ ਜਾਂ ਆਪਣਾ ਐਗਰੀਕਲਚਰ ਪ੍ਰੈਕਟਿਸਿਸ ਦੇ ਵਿੱਚ ਨਵੇਂ ਤਰੀਕਿਆਂ ਨੂੰ ਪ੍ਰਮੋਟ ਕਰ ਰਹੇ ਹੈਗੇ ਆ। ਜਿੱਦਾਂ ਆਪਾਂ ਪਹਿਲਾਂ ਕਹਿੰਦੇ ਆ ਜੀ, ਆਪਣੇ ਪਹਿਲਾਂ ਕਨਵੈਨਸ਼ਨਲ ਜਿਹੜੇ ਤਰੀਕੇ ਨਾਲ ਖੇਤੀਬਾੜੀ ਹੁੰਦੀ ਸੀ, ਬਾਅਦ ਦੇ ਵਿੱਚ ਆਪਾਂ ਨੇ ਹਰਿਤ ਕ੍ਰਾਂਤੀ ਦੇ ਵਿੱਚ ਕੀ ਕੀਤਾ ਹੈਗਾ, ਫਰਟੀਲਾਈਜ਼ਰਸ ਹੋ ਗਏ, ਪੈਸਟੀਸਾਈਡਸ ਹੋ ਗਏ, ਠੀਕ ਹੈ ਜੀ। ਇਸ ਤੋਂ ਇਲਾਵਾ ਹਾਈਬ੍ਰਿਡ ਬੀਜ ਯੂਜ਼ ਕਰਨੇ ਸ਼ੁਰੂ ਕੀਤੇ ਨੇ। ਤਾਂ ਮਾਡਰਨ ਟੈਕਨੋਲੋਜੀ ਨੂੰ ਆਪਾਂ ਨੇ ਆਪਣੀ ਇੰਡਸਟਰੀ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕੀਤਾ ਹੈਗਾ। ਇਸ ਪਹਿਲਾਂ ਤੁਸੀਂ ਕਦੇ ਵੀ ਏਸੀ ਵਾਲੇ ਟਰੈਕਟਰ ਨਹੀਂ ਦੇਖੇ ਹੋਣੇ ਹੈਗੇ। ਏਸੀ ਵਾਲੇ ਟਰੈਕਟਰ ਹੋ ਗਏ ਜਾਂ ਕੋਈ ਨਵੀਂ ਮਸ਼ੀਨਰੀ ਹੋ ਗਈ ਜਿਹੜੀ ਜਿਵੇਂ ਪਹਿਲਾਂ ਜੀਰੀ ਲਗਾਉਣ ਦੇ ਲਈ ਤੁਸੀਂ ਮਜ਼ਦੂਰ ਹਾਇਰ ਕਰਦੇ ਸੀ, ਹੁਣ ਜੀਰੀ ਲਗਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ, ਠੀਕ ਹੈ ਜੀ। ਤਾਂ ਇਹੋ ਜਿਹੀਆਂ ਮਸ਼ੀਨਾਂ ਨੂੰ ਪ੍ਰਮੋਟ ਕਰਨ ਲਈ ਸਰਕਾਰ ਕੀ ਕਰਦੀ ਹੈ, ਇੰਡਸਟਰੀ ਵਾਲਿਆਂ ਨੂੰ ਕਹਿ ਦਿੰਦੀ ਹੈ ਵੀ ਭਾਈ ਤੁਸੀਂ ਕਿਸਾਨ ਨੂੰ, ਜੇ ਤੁਹਾਡੀ ਜਿਹੜੀ ਮਸ਼ੀਨ ਹੈਗੀ ਜੇ 100 ਰੁਪਏ ਦੀ ਤਿਆਰ ਹੋਈ ਹੈ, ਤੁਸੀਂ ਕਿਸਾਨ ਨੂੰ ਕੀ ਕਰਿਓ 80 ਰੁਪਏ ਦੀ ਵੇਚ ਦਿਓ, ਬਾਕੀ ਦੇ ਜਿਹੜੇ 20 ਰੁਪਏ ਨੇ ਉਹ ਅਸੀਂ ਤੁਹਾਨੂੰ ਦੇ ਦਾਂਗੇ, ਕਿਸਾਨ ਨੂੰ ਤੁਸੀਂ ਸਬਸਿਡੀ ਦੇ ਦਿਓ, ਤਾਂ ਕਿ ਕੀ ਕਰੇ ਕਿਸਾਨ ਦੇ ਲਈ ਉਹ ਚੀਜ਼ ਨੂੰ ਖਰੀਦਣਾ ਕਿਤੇ ਨਾ ਕਿਤੇ ਆਸਾਨ ਰਹਿ ਜਾਏ, ਤੇ ਕਿਸਾਨ ਕੀ ਕਰੇ ਉਹ ਚੀਜ਼ਾਂ ਨੂੰ ਵਰਤ ਕੇ ਆਪਦੀ ਪ੍ਰੋਡਕਟਿਵਿਟੀ ਨੂੰ ਵਧਾਵੇ। ਇਸ ਤੋਂ ਇਲਾਵਾ ਜਿਵੇਂ ਹੁਣ ਅੱਜ ਦੀ ਡੇਟ 'ਚ ਡਰੋਨ ਟੈਕਨੋਲੋਜੀ ਹੋ ਗਈ ਜੀ, ਜ਼ੀਰੋ ਬਜਟ ਨੈਚੁਰਲ ਫਾਰਮਿੰਗ ਦਾ ਕੰਸੈਪਟ ਆ ਰਿਹਾ ਵੀ ਘੱਟ ਪਾਣੀ ਨੂੰ ਯੂਜ਼ ਕਰਕੇ ਆਪਾਂ ਪ੍ਰੋਡਕਟਿਵਿਟੀ ਕਿੱਦਾਂ ਵਧਾ ਸਕਦੇ ਹੈਗੇ ਆ। ਖੇਤਾਂ ਦੇ ਵਿੱਚ ਜਿਵੇਂ ਮੋਟਰਾਂ ਦੇ ਉੱਤੇ ਸੈਂਸਰ ਲਗਾਏ ਜਾਂਦੇ ਨੇ ਜੀ, ਸੈਂਸਰਾਂ ਨੂੰ ਲਗਾ ਕੇ ਜਿਵੇਂ ਆਪਾਂ ਕਹਿੰਦੇ ਆ, ਤੁਸੀਂ ਦੇਖਦੇ ਹੋਗੇ ਸੈਂਸਰ ਕਿਤੇ ਲੱਗਦੇ ਨੇ ਤਾਂ ਜੇ ਕੋਈ ਬੰਦਾ ਜਾ ਰਿਹਾ ਉਹ ਇੱਕੋਦਮ ਲਾਈਟ ਚੱਲ ਪੈਂਦੀ ਹੈ। ਹੁਣ ਆਪਣੇ ਕੀ ਕਰਦੇ ਨੇ, ਮੋਟਰ ਚਲਾ ਕੇ ਮਤਲਬ ਬੰਦੇ ਚਲੇ ਜਾਂਦੇ ਨੇ ਤੇ ਪਾਣੀ ਜਿਹੜਾ ਹੈ ਐਕਸੈਸ ਦੇ ਵਿੱਚ ਚੱਲਦਾ ਰਹਿੰਦਾ ਹੈ। ਤਾਂ ਸੈਂਸਰ ਲਗਾ ਕੇ ਆਪਾਂ ਕੀ ਕਰ ਸਕਦੇ ਹਾਂ, ਪਾਣੀ ਦੇ ਵਿੱਚ ਇੱਕ ਲੈਵਲ ਮੇਨਟੇਨ ਕਰ ਸਕਦੇ ਹਾਂ ਵੀ ਹਾਂ ਖੇਤ ਦੇ ਵਿੱਚ ਅਗਰ ਇੰਨਾ ਪਾਣੀ ਮੇਨਟੇਨ ਹੋ ਗਿਆ ਤਾਂ ਸੈਂਸਰ ਕੀ ਕਰੂਗਾ, ਆਟੋਮੈਟਿਕ ਕੀ ਕਰੂਗਾ ਜੀ, ਆਪਣਾ ਮੋਟਰ ਨੂੰ ਬੰਦ ਕਰਨ ਦਾ ਕੰਮ ਕਰ ਸਕਦਾ ਹੈਗਾ। ਇਸ ਤੋਂ ਇਲਾਵਾ ਮਤਲਬ ਕਾਰਬਨ ਐਮਿਸ਼ਨ ਵੀ ਜਿਹੜੇ ਹੋਣਗੇ ਕਿਤੇ ਨਾ ਕਿਤੇ ਰਿਡਿਊਸ ਹੋਣਗੇ, ਕਾਰਬਨ ਕ੍ਰੈਡਿਟ ਮਿਲ ਸਕਦੇ ਨੇਗੇ। ਮਤਲਬ ਅਲੱਗ-ਅਲੱਗ ਤਰੀਕੇ ਦੇ ਨਾਲ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਆਪਾਂ ਕੀ ਕਰ ਸਕਦੇ ਹੈਗੇ ਆ ਜੀ, ਆਪਣੀ ਸਾਇੰਟੀਫਿਕ ਮਤਲਬ ਪ੍ਰੋਡਕਸ਼ਨ ਨੂੰ ਸਾਇੰਟੀਫਿਕ ਲੈਵਲ ਤੇ ਐਗਰੀਕਲਚਰ ਪ੍ਰੋਡਕਸ਼ਨ ਨੂੰ ਵਧਾ ਵੀ ਸਕਦੇ ਹੈਗੇ ਆ, ਠੀਕ ਹੈ ਜੀ। ਇਸ ਤੋਂ ਇਲਾਵਾ ਮਤਲਬ ਫੁਹਾਰੇ ਸਪ੍ਰਿੰਕਲ ਜੇ ਲਗਾ ਕੇ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਰਿਮੋਟ ਕੰਟਰੋਲ ਨਾਲ ਯੂਜ਼ ਕਰ ਸਕਦੇ ਹੈਗੇ ਆ। ਮਤਲਬ ਘੱਟ ਪਾਣੀ ਦੇ ਨਾਲ ਜਿਹੜਾ ਹੈਗਾ ਆਪਣੀ ਪ੍ਰੋਡਕਸ਼ਨ ਨੂੰ ਕਿਤੇ ਨਾ ਕਿਤੇ ਵਧਾਉਣ ਦਾ ਕੰਮ ਕਰ ਸਕਦੇ, ਮਤਲਬ ਅਲੱਗ-ਅਲੱਗ ਤਰੀਕੇ ਨਾਲ ਸਾਇੰਟੀਫਿਕ ਸਟੱਡੀਜ਼ ਦੇ ਨਾਲ ਜਾਂ ਸਾਇੰਟੀਫਿਕ ਚੀਜ਼ਾਂ ਦੇ ਯੂਜ਼ ਦੇ ਨਾਲ ਆਪਾਂ ਆਪਣੀ ਐਗਰੀਕਲਚਰ ਦੀ ਪ੍ਰੋਡਕਸ਼ਨ ਨੂੰ ਵਧਾਉਣ ਦਾ ਕੰਮ ਕਰ ਰਹੇ ਹੋਵਾਂਗੇ, ਠੀਕ ਹੈ ਜੀ। ਨੈਕਸਟ ਇਹਦੀ ਐਗਜ਼ਾਮਪਲ ਕੀ ਆਈ ਜੀ ਆਪਣੇ ਕੋਲੇ, ਇੰਪਰੂਵਡ ਐਗਰੀਕਲਚਰ ਇਨਪੁਟਸ ਹੋ ਗਏ ਜੀ, ਸੀਡਸ ਹੋ ਗਏ, ਫਰਟੀਲਾਈਜ਼ਰ ਹੋ ਗਏ, ਇਰੀਗੇਸ਼ਨ ਫੈਸਿਲਿਟੀਜ਼ ਹੋ ਗਈਆਂ, ਇਹ ਸਾਰਾ ਕੁਝ ਆ ਗਿਆ ਆਪਣਾ ਇਹਦੇ ਵਿੱਚ। ਨੈਕਸਟ ਆਇਆ ਜੀ ਆਪਣੇ ਲਵੇ ਆਰਟੀਕਲ ਨੰਬਰ 48A। 48A ਜਿਹੜਾ ਹੈ ਜੀ ਇਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਹੈਗਾ 42 ਅਮੈਂਡਮੈਂਟ ਐਕਟ 1976 ਦੇ ਨਾਲ। ਇਹਦੇ ਅੰਦਰ ਕੀ ਕਿਹਾ ਗਿਆ ਜੀ ਕਿ ਆਪਾਂ ਨੇ ਜਿਹੜਾ ਹੈ ਆਪਣੇ এনवायरमेंट ਨੂੰ ਵੀ ਬਚਾਉਣਾ ਹੈਗਾ ਤੇ ਆਪਣਾ ਸੇਫਗਾਰਡ ਕਰਨਾ ਫੋਰੈਸਟ ਐਂਡ ਵਾਈਲਡ ਲਾਈਫ ਨੂੰ। ਹੁਣ ਇਹਦੇ ਵਿੱਚ ਕੀ ਹੈ ਜੀ, ਆਪਣੇ ਦੇਸ਼ ਦੇ ਵਿੱਚ ਜਿਹੜਾ ਹੈ ਜੰਗਲਾਂ ਦੀ ਤਸਕਰੀ, ਜੰਗਲਾਂ ਦੇ ਵਿੱਚ ਪੇੜਾਂ ਨੂੰ ਕੱਟਿਆ ਜਾਂਦਾ। ਤੁਸੀਂ ਫਿਲਮ ਦੇਖੀ ਹੋਊਗੀ ਪੁਸ਼ਪਾ ਨਾਮ ਦੀ, ਠੀਕ ਹੈ ਜੀ। ਪੁਸ਼ਪਾ ਜਿਹਦੇ ਐਕਟਰ ਜਿਹੜਾ ਅੱਲੂ ਅਰਜੁਨ ਹੈ, ਇਸ ਸਾਲ ਉਹਨੂੰ ਜਿਹੜਾ ਹੈ ਬੈਸਟ ਐਕਟਰ ਦਾ ਨੈਸ਼ਨਲ ਅਵਾਰਡ ਵੀ ਮਿਲਿਆ ਹੈਗਾ, ਠੀਕ ਹੈ। ਤਾਂ ਉਹਦੇ ਵਿੱਚ ਕੀ ਦਿਖਾਇਆ ਗਿਆ ਹੈਗਾ ਵੀ ਆਪਣੇ ਜਿਹੜਾ ਦੇਸ਼ ਦੇ ਵਿੱਚ ਲਾਲ ਚੰਦਨ ਜਾਂ ਰੈੱਡ ਸੈਂਡਲਵੁੱਡ ਮਿਲਦਾ ਹੈਗਾ, ਇਹਨੂੰ ਜਿਹੜਾ ਹੈ ਇਲੀਗਲ ਤਰੀਕੇ ਨਾਲ ਕੱਟਿਆ ਜਾਂਦਾ ਹੈਗਾ ਤੇ ਉਹਨੂੰ ਜਿਹੜਾ ਹੈ ਦੂਸਰੇ ਦੇਸ਼ਾਂ ਦੇ ਵਿੱਚ ਵੇਚਿਆ ਜਾਂਦਾ ਹੈਗਾ। ਤੇ ਇਹਦੇ ਨਾਲ ਕੀ ਹੋ ਗਿਆ ਜੀ, ਆਪਣੇ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੋਊਗਾ, ਜੰਗਲਾਂ ਨੂੰ ਨੁਕਸਾਨ ਹੋ ਰਿਹਾ ਹੋਊਗਾ। ਤੇ ਇਹਦੇ ਨਾਲ ਕੀ ਹੋ ਗਿਆ ਜੀ, ਹੁਣ ਆਪਾਂ ਨੇ ਇਹ ਚੀਜ਼ਾਂ ਨੂੰ ਪ੍ਰਮੋਟ ਮਤਲਬ ਇਹ ਚੀਜ਼ਾਂ ਜੰਗਲਾਂ ਨੂੰ ਪ੍ਰੋਟੈਕਟ ਕਰਨ ਦਾ ਕੰਮ ਕਰਨਾ ਹੈ। ਇਸ ਤੋਂ ਇਲਾਵਾ ਕੁਝ ਜਾਨਵਰ ਐਸੇ ਨੇ ਜੀ, ਜਿਵੇਂ ਸ਼ੇਰ ਹੋ ਗਿਆ, ਸ਼ੇਰ ਦਾ ਸ਼ਿਕਾਰ ਕੀਤਾ ਜਾਂਦਾ ਹੈਗਾ। ਗੈਂਡੇ ਜਿਹੜੇ ਰਾਈਨੋਸੌਰ ਹੁੰਦੇ ਨੇ ਉਹਨਾਂ ਦੇ ਸਿੰਗ ਕਰਕੇ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ ਹੈਗਾ। ਤਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਕੀ ਕੀਤਾ ਜੀ, ਅਲੱਗ-ਅਲੱਗ ਐਕਟ ਪਾਸ ਕੀਤੇ ਨੇ। ਜਿਵੇਂ ਤੁਸੀਂ ਸੁਣਿਆ ਹੋਊਗਾ ਆਪਣੇ ਕੰਟਰੀ ਦੇ ਵਿੱਚ ਵਾਈਲਡ ਲਾਈਫ ਸੈਂਚੁਰੀਜ਼ ਬਣਾਈਆਂ ਜਾਂਦੀਆਂ ਨੇ, ਨੈਸ਼ਨਲ ਪਾਰਕ ਬਣਾਏ ਜਾਂਦੇ ਨੇਗੇ। ਇਸ ਤੋਂ ਇਲਾਵਾ ਬਾਇਓਸਫੀਅਰ ਰਿਜ਼ਰਵ ਬਣਾਏ ਜਾਂਦੇ ਨੇਗੇ, ਤਾਂ ਕੀ ਕੀਤਾ ਜਾਵੇ, ਬੰਦਿਆਂ ਦੀ ਇੰਟਰਵੈਂਸ਼ਨ ਹੈ ਜਿਹੜੀ ਕਿਤੇ ਨਾ ਕਿਤੇ ਉਹ ਏਰੀਆ ਦੇ ਵਿੱਚ ਘਟਾਈ ਜਾਵੇ ਜਿੱਥੇ ਕਿ ਜਾਨਵਰ ਰਹਿ ਰਹੇ ਹੋਣਗੇ। ਦੂਸਰਾ ਕੀ ਹੈ ਜੀ, ਇਹਦੇ ਵਿੱਚ ਹੀ ਆਪਣਾ ਮਤਲਬ ਸਰਕਾਰ ਦੇ ਅਲੱਗ-ਅਲੱਗ ਪ੍ਰੋਜੈਕਟ ਵੀ ਚਲਾਏ ਹੋਏ ਨੇਗੇ, ਕਿ ਜਿਵੇਂ ਪ੍ਰੋਜੈਕਟ ਟਾਈਗਰ ਹੋ ਗਿਆ, ਪ੍ਰੋਜੈਕਟ ਐਲੀਫੈਂਟ ਹੋ ਗਿਆ, ਠੀਕ ਹੈ ਜੀ, ਪ੍ਰੋਜੈਕਟ ਕ੍ਰੋਕੋਡਾਈਲ ਹੋ ਗਿਆ। ਤਾਂ ਇਦਾਂ ਦੇ ਕੁਝ ਜਾਨਵਰ ਰਿਲੇਟਿਡ ਮਤਲਬ ਆਪਾਂ ਨੇ ਸਪੈਸੀਫਿਕ ਜਾਨਵਰਾਂ ਦੇ ਰਿਲੇਟਿਡ ਵੀ ਕੁਝ ਕੁ ਪ੍ਰੋਜੈਕਟ ਐਸੇ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਉਹਨਾਂ ਦੀ ਕੰਜ਼ਰਵੇਸ਼ਨ ਨੂੰ ਲੈ ਕੇ ਸਟੈਪ ਚੱਕ ਰਹੇ ਹੋਵਾਂਗੇ। ਤੇ ਇਹ ਵਾਲਾ ਜਿਹੜਾ ਹੈਗਾ ਜੀ ਮਤਲਬ ਇਹਦੇ ਵਿੱਚ ਆਪਣਾ ਵਾਤਾਵਰਣ ਦੇ ਨਾਲ ਨਾਲ ਸਾਰਾ ਕੁਝ ਹੀ ਆ ਗਿਆ। 에ਅਰ ਐਕਟ ਆ ਗਿਆ, ਵਾਟਰ ਐਕਟ ਆ ਗਿਆ, ਰੇਸ ਕਰ ਦਈਏ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆ ਗਿਆ ਜੀ 1972 ਦਾ, ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਆ ਗਿਆ 1986 ਦਾ, ਫੋਰੈਸਟ ਕੰਜ਼ਰਵੇਸ਼ਨ ਐਕਟ ਆ ਗਿਆ 1980 ਦਾ, 에ਅਰ ਐਕਟ, ਵਾਟਰ ਐਕਟ। ਮਤਲਬ ਆਪਾਂ ਨੇ ਆਪਣੇ ਜਿਹੜੇ ਫਰੈਸ਼ ਵਾਟਰ ਨੇ, ਨਦੀਆਂ ਨੇ, ਇਹਨਾਂ ਨੂੰ ਨਹੀਂ ਪੋਲਿਊਟ ਕਰਨਾ। ਆਪਣੇ ਜਿਹੜੇ ਫੈਕਟਰੀਆਂ ਲਗਾਉਣੀਆਂ ਨੇ ਉਹਨਾਂ ਦਾ ਜੋ ਧੂੰਆਂ ਜਿਹੜਾ ਹੈ ਉਹਨੂੰ ਉਹਦੇ ਨਾਲ 에ਅਰ ਪੋਲਿਊਟ ਹੁੰਦੀ ਹੈ ਉਹਦਾ ਵੀ ਧਿਆਨ ਰੱਖਣਾ ਹੈਗਾ।
ਤਾਂ ਅਲੱਗ-ਅਲੱਗ ਤਰੀਕੇ ਨਾਲ ਕੀ ਹੈ ਜੀ ਆਪਾਂ ਨੇ ਆਪਣੀ ਨੇਚਰ ਔਰ ਜਾਨਵਰਾਂ ਦਾ ਹੈਬਿਟੈਟ ਲੋਸ ਨਾ ਹੋਵੇ, ਜਾਨਵਰਾਂ ਦੇ ਘਰ ਨੂੰ ਵੀ ਜ਼ਿਆਦਾ ਨੁਕਸਾਨ ਨਾ ਹੋਵੇ, ਇਹਦੇ ਰਿਗਾਰਡਿੰਗ ਵੀ ਆਪਾਂ ਨੇ ਕੀ ਕਰਨਾ ਜੀ, ਸਟੈਪ ਚੱਕਣੇ ਹੋਣਗੇ। ਨੈਕਸਟ ਹੈ ਜੀ ਆਪਣੇ ਕੋਲੇ ਆਰਟੀਕਲ ਨੰਬਰ 49। ਆਰਟੀਕਲ 49 ਕੀ ਕਹਿੰਦਾ ਜੀ, ਟੂ ਪ੍ਰੋਟੈਕਟ ਮੋਨੂਮੈਂਟਸ, ਪਲੇਸਿਸ ਐਂਡ ਆਬਜੈਕਟਸ ਆਫ ਆਰਟਿਸਟਿਕ ਐਂਡ ਹਿਸਟੋਰਿਕ ਇੰਟਰਸਟ ਵਿਚ ਆਰ ਡਿਕਲੇਅਰ ਟੂ ਬੀ ਆਫ ਨੈਸ਼ਨਲ ਇੰਪੋਰਟੈਂਸ। ਇਹਦਾ ਮਤਲਬ ਕੀ ਹੋਇਆ ਜੀ, ਜਿਹੜੀਆਂ ਵੀ ਚੀਜ਼ਾਂ ਆਪਾਂ ਨੂੰ ਆਪਣੇ ਵਿਰਸੇ 'ਚ ਮਿਲੀਆਂ ਨੇ, ਜਿਵੇਂ ਕੋਈ ਇਮਾਰਤ ਪੁਰਾਣੇ ਸਮੇਂ ਦੀ ਬਣੀ ਹੋਈ ਹੈ, ਤਾਜ ਮਹਿਲ ਹੋ ਗਿਆ, ਲਾਲ ਕਿਲਾ ਹੋ ਗਿਆ, ਸਾਊਥ ਇੰਡੀਆ ਦੇ ਜਿਹੜੇ ਬ੍ਰਿਹਦੇਸ਼ਵਰਾ ਟੈਂਪਲ ਹੋ ਗਿਆ, ਥੰਜਾਵੁਰ ਟੈਂਪਲ ਹੋ ਗਿਆ, ਜਿਹੜੇ ਐਤਕੀ ਇਸ ਸਾਲ ਜਿਹੜਾ ਹੈਗਾ ਜੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਸਟੇਟਸ ਮਿਲਿਆ ਹੈਗਾ। ਆਪਣੇ ਕਰਨਾਟਕ ਸਾਈਡ ਤੇ ਜਿਹੜਾ ਹੈਗਾ ਜੀ ਕਕਾਤੀਆ ਕਿੰਗਡਮ ਦੇ ਮੰਦਿਰ ਹੋ ਗਏ, ਮਤਲਬ ਕਾਫੀ ਸਾਰੇ ਮੰਦਿਰ ਹੋ ਗਏ, ਐਸੀਆਂ ਇਮਾਰਤਾਂ ਹੋ ਗਈਆਂ ਜਿਹੜੀਆਂ ਕਿ ਆਪਣੇ ਇਤਿਹਾਸ ਦੇ ਵਿੱਚ ਬਣਾਈਆਂ ਹੋਈਆਂ ਮਿਲੀਆਂ ਨੇ। ਤਾਂ ਆਪਾਂ ਨੇ ਕੀ ਕਰਨਾ ਜੀ, ਉਹਨਾਂ ਨੂੰ ਸਾਂਭ ਕੇ ਰੱਖਣਾ, ਸੰਭਾਲ ਕੇ ਰੱਖਣਾ। ਤੁਸੀਂ ਕਈ ਵਾਰ ਕਿਸੇ ਟੂਰਿਸਟ ਪਲੇਸ ਤੇ ਜਾਂਦੇ ਹੋਵੋਗੇ, ਉੱਥੇ ਕਿਤੇ ਦੇਖਦੇ ਹੋਵੋਗੇ ਕਿਸੇ ਬੰਦੇ ਨੇ ਐਵੇਂ ਜੇ ਕਰਕੇ ਦਿਲ ਜਿਹਾ ਬਣਾ ਦਿੰਦੇ ਨੇ, ਆਪਣੇ ਦੰਦਾਂ ਨੂੰ ਪਾਨ ਖਾਣ ਦੀ ਆਦਤ ਹੈ, ਜਿੱਥੇ ਜੀ ਕੀਤਾ ਥੁੱਕ ਦਿੰਦੇ ਨੇਗੇ, ਠੀਕ ਹੈ। ਉੱਥੇ ਫਿਰ ਐਂ ਲਿਖਿਆ ਹੁੰਦਾ ਹੈਗਾ ਵੀ ਇਹ ਲਫ਼ਜ਼, ਇਹ ਮਤਲਬ ਇਹ ਬੰਦਾ ਇਹਨੂੰ ਪਿਆਰ ਕਰਦਾ ਹੈਗਾ, ਇੱਦਾਂ ਦੇ ਕੁਛ ਚੀਜ਼ਾਂ ਲਿਖਣ ਨੂੰ ਮਿਲਦੀਆਂ ਨੇਗੀਆਂ। ਤਾਂ ਕਹਿਣ ਦਾ ਭਾਵ ਕੀ ਹੈਗਾ ਵੀ ਆਪਾਂ ਨੇ ਆਪਣੀ ਜਿਹੜੀਆਂ ਵਿਰਸੇ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਬਚਾ ਕੇ ਰੱਖਣਾ, ਉਹਨਾਂ ਨੂੰ ਖਰਾਬ ਨਹੀਂ ਕਰਨਾ ਹੈਗਾ। ਤੇ ਇਹਦੇ ਰਿਗਾਰਡਿੰਗ ਕੀ ਹੈਗਾ ਜੀ, ਅਲੱਗ-ਅਲੱਗ ਆਪਣੀਆਂ ਆਰਕੋਲੋਜੀਕਲ ਸਰਵੇ ਆਫ ਇੰਡੀਆ ਹੋ ਗਿਆ, ਐਂਸ਼ੀਅੰਟ ਮੋਨੂਮੈਂਟ, ਹਿਸਟੋਰੀਕਲ ਮੋਨੂਮੈਂਟ, ਆਰਕੀਓਲੋਜੀਕਲ ਰਿਮੇਨਸ ਐਕਟ ਹੋ ਗਿਆ, ਠੀਕ ਹੈ ਜੀ। ਆਪਣਾ ਜਿਹੜਾ ਦੇਸ਼ ਦਾ ਪੁਰਾਤਵ ਵਿਭਾਗ ਹੈਗਾ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹੈਗਾ, ਇਹ ਜਿਹੀਆਂ ਬੋਡੀਜ਼ ਨੂੰ ਬਚਾ ਕੇ ਰੱਖਣ ਦਾ ਕੰਮ ਕਰਦਾ ਹੈਗਾ। ਇਹਨਾਂ ਨੂੰ ਆਪਣਾ ਜਿਹੜਾ ਹੈ ਇਹਨਾਂ ਦੀ ਕੰਜ਼ਰਵੇਸ਼ਨ ਦੇ ਲਈ ਕੰਮ ਕਰੂਗਾ, ਠੀਕ ਹੈ। ਜਿਹੜਾ ਵੀ ਤੁਸੀਂ ਸਿੰਧੂ ਘਾਟੀ ਦੀਆਂ ਸਾਰੀਆਂ ਪੜ੍ਹਦੇ ਹੋਵੋਗੇ, ਹੜੱਪਾ, ਮੋਹਨਜਦਾਰੋ, ਚਾਨੂਦਾਰੋ, ਸੁਰਕੋਟ ਦਾ, ਠੀਕ ਹੈ ਜੀ, ਉਹ ਸਾਰੀਆਂ ਥਾਵਾਂ ਕਿਹਨਾਂ ਨੇ ਲੱਭੀਆਂ ਨੇ, ਭਾਰਤ ਦੇ ਪੁਰਾਤਵ ਵਿਭਾਗ ਨੇ ਲੱਭੀਆਂ ਨੇ ਜੀ। ਤੇ ਹਜੇ ਕਿਤੇ ਨਾ ਕਿਤੇ ਇਹ ਖੁਦਾਈ ਦਾ ਕੰਮ ਜਾਂ ਐਗਜ਼ੀਕਿਊਸ਼ਨ ਦਾ ਕੰਮ ਕਰਦੇ ਹੀ ਰਹਿੰਦੇ ਨੇ। ਜਿੱਥੋਂ ਵੀ ਕੋਈ ਚੀਜ਼ ਦੀ ਨਵੀਂ ਡਿਸਕਵਰੀ ਹੁੰਦੀ ਹੈ, ਫਿਰ ਇਹ ਉਹਨੂੰ ਆਪਦੇ ਅੰਡਰ ਕਰਕੇ ਜਿਹੜਾ ਹੈ ਉਹਨੂੰ ਵੀ ਫਰਦਰ ਰਿਸਰਚ ਐਂਡ ਡਿਵੈਲਪਮੈਂਟ ਦਾ ਕੰਮ ਕਰਦੇ ਨੇਗੇ, ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲੇ ਆਰਟੀਕਲ ਨੰਬਰ 50, ਟੂ ਸੈਪਰੇਟ ਜੁਡੀਸ਼ਰੀ ਫਰੋਮ ਦਾ ਐਗਜ਼ੀਕਿਊਟਿਵ ਇਨ ਦਾ ਪਬਲਿਕ ਸਰਵਿਸਿਜ਼ ਆਫ ਦਾ ਸਟੇਟ। ਹੁਣ ਤੁਸੀਂ ਇੱਕ ਚੀਜ਼ ਸੁਣੀ ਹੋਊਗੀ ਜੀ, ਪੋਲਿਟੀ ਦੇ ਵਿੱਚ ਸ਼ੁਰੂ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਇਹ ਵਰਡ ਸੁਣਨ ਨੂੰ ਮਿਲ ਜਾਂਦੇ ਨੇ, ਲੈਜਿਸਲੇਚਰ, ਦੂਸਰਾ ਵਰਡ ਆਇਆ ਜੀ ਐਗਜ਼ੀਕਿਊਟਿਵ, ਤੀਸਰਾ ਵਰਡ ਆਇਆ ਜੀ ਆਪਣੇ ਕੋਲੇ ਜੁਡੀਸ਼ਰੀ। ਪੰਜਾਬੀ 'ਚ ਇਹਨਾਂ ਨੂੰ ਕਹਿ ਦਿੰਦੇ ਨੇ ਵਿਧਾਨ ਪਾਲਿਕਾ, ਕਾਰਜਪਾਲਿਕਾ, ਤੇ ਜੁਡੀਸ਼ਰੀ ਹੋ ਗਈ ਨਿਆਂਪਾਲਿਕਾ। ਹੁਣ ਲੈਜਿਸਲੇਚਰ ਕੀ ਹੋਗੀ ਜੀ, ਲੈਜਿਸਲੇਚਰ ਹੋਗੀ ਆਪਣੇ ਦੇਸ਼ ਦਾ ਜਿਹੜਾ ਹੈ ਇਹ ਹੋਗੀ ਲਾਅ ਮੇਕਿੰਗ ਬੋਡੀ, ਕਾਨੂੰਨ ਬਣਾਉਣ ਵਾਲੀ ਸੰਸਥਾ। ਐਗਜ਼ੀਕਿਊਟਿਵ 'ਚ ਆ ਗਈ ਜੀ ਆਪਣੀ ਇੰਪਲੀਮੈਂਟਿੰਗ ਬੋਡੀ, ਤੇ ਜੁਡੀਸ਼ਰੀ ਕੀ ਕਰਦੀ ਹੈ ਜੀ, ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੋਊਗਾ ਉਹਨੂੰ ਇੰਟਰਪ੍ਰੇਟ ਕਰੂਗੀ। ਇਸ ਤੋਂ ਇਲਾਵਾ ਕੀ ਹੈ, ਅਗਰ ਕੋਈ ਕਾਨੂੰਨ ਗਲਤ ਬਣਿਆ ਹੋਊਗਾ ਉਹਨੂੰ ਨਲ ਐਂਡ ਵਾਇਡ ਵੀ ਡਿਕਲੇਅਰ ਕਰ ਦੂਗੀ। ਹੁਣ ਇਹਦੇ ਵਿੱਚ ਕੀ ਹੋਇਆ ਜੀ, ਲੈਜਿਸਲੇਚਰ ਦਾ ਕੰਮ ਮਤਲਬ ਕਾਨੂੰਨ ਬਣਾਉਣ ਦਾ ਕੰਮ ਭਾਰਤ ਦੇ ਵਿੱਚ ਕੌਣ ਕਰਦਾ ਹੈਗਾ, ਇਹ ਕੰਮ ਕਰਦੀ ਹੈ ਜੀ ਸੈਂਟਰ ਲੈਵਲ ਤੇ ਆਪਣੀ ਪਾਰਲੀਮੈਂਟ, ਆਪਣੀ ਸੰਸਦ ਕਰਦੀ ਹੈਗੀ ਹੈ। ਤੇ ਸਟੇਟ ਲੈਵਲ ਤੇ ਕੌਣ ਕੰਮ ਕਰਦਾ ਜੀ, ਸਟੇਟ ਲੈਵਲ ਤੇ ਕੰਮ ਕਰਦੀਆਂ ਨੇ ਆਪਣੀਆਂ ਵਿਧਾਨ ਸਭਾਵਾਂ, ਰਾਜ ਸਰਕਾਰਾਂ ਦੇ ਜਿੱਥੇ ਬੈਠਦੀਆਂ ਨੇ ਸਟੇਟ ਲੈਜਿਸਲੇਟਿਵ ਅਸੈਂਬਲੀਜ਼। ਐਗਜ਼ੀਕਿਊਟਿਵ ਦੇ ਵਿੱਚ ਵੀ ਸੈਂਟਰ ਲੈਵਲ ਤੇ ਕੌਣ ਬੰਦੇ ਆ ਗਏ ਜੀ, ਆਪਣਾ ਰਾਸ਼ਟਰਪਤੀ ਆ ਗਿਆ, ਪ੍ਰੈਸੀਡੈਂਟ ਆ ਗਿਆ, ਵਾਈਸ ਪ੍ਰੈਸੀਡੈਂਟ ਆ ਗਿਆ, ਪੀਐਮ ਆ ਗਿਆ, ਪੀਐਮ ਦੀ ਕਾਉਂਸਿਲ ਆਫ ਮਿਨਿਸਟਰ ਆ ਗਈ। ਇਸ ਤੋਂ ਇਲਾਵਾ ਜਿਹੜਾ ਹੈ ਜੀ ਅਟਾਰਨੀ ਜਨਰਲ ਆ ਗਿਆ। ਇਹ ਸਾਰੇ ਬੰਦੇ ਕੀ ਨੇ, ਐਗਜ਼ੀਕਿਊਟਿਵ ਦਾ ਪਾਰਟ ਬਣ ਗਏ। ਇਹੀ ਸਟੇਟ ਲੈਵਲ ਤੇ ਜੇ ਬੰਦਿਆਂ ਦੀ ਗੱਲ ਕਰੀਏ, ਇਹ ਕਿਹੜੇ ਹੋਣਗੇ ਜੀ, ਗਵਰਨਰ ਹੋਊਗਾ, ਗਵਰਨਰ ਤੋਂ ਇਲਾਵਾ ਆਪਣਾ ਜਿਹੜਾ ਹੈਗਾ ਸੀਐਮ ਹੋਊਗਾ, ਮੁੱਖ ਮੰਤਰੀ, ਸੀਐਮ ਦਾ ਆਪਦਾ ਮੰਤਰੀ ਪਰਿਸ਼ਦ ਹੋਊਗਾ, ਕਾਉਂਸਿਲ ਆਫ ਮਿਨਿਸਟਰ। ਇਸ ਤੋਂ ਇਲਾਵਾ ਐਡਵੋਕੇਟ ਜਨਰਲ ਹੋਊਗਾ। ਤਾਂ ਇਹ ਬੰਦੇ ਕੀ ਹੋ ਗਏ ਜੀ, ਐਗਜ਼ੀਕਿਊਟਿਵ ਦਾ ਪਾਰਟ ਬਣ ਗਏ। ਤੇ ਜੁਡੀਸ਼ਰੀ ਦੇ ਵਿੱਚ ਆਪਣੀ ਆਊਗੀ ਜੀ, ਜੁਡੀਸ਼ਰੀ ਦੇ ਵਿੱਚ ਸੈਂਟਰ 'ਚ ਸੁਪਰੀਮ ਕੋਰਟ ਆ ਗਈ, ਸਟੇਟ ਲੈਵਲ ਤੇ ਆ ਗਈ ਆਪਣੀ ਹਾਈ ਕੋਰਟ। ਹੁਣ ਦੇਖੋ ਜੀ, ਕਾਨੂੰਨ ਬਣਾਉਣ ਵਾਲੇ ਹੋ ਗਏ ਲੈਜਿਸਲੇਚਰ। ਲੈਜਿਸਲੇਚਰ ਦੇ ਵਿੱਚ ਕੌਣ ਬੈਠਦੇ ਨੇਗੇ, ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਆਪਣੇ ਐਮਪੀ ਬੈਠਣਗੇ, ਮੈਂਬਰ ਆਫ ਪਾਰਲੀਮੈਂਟ ਬੈਠਣਗੇ। ਉਹੀ ਬੰਦੇ ਅੱਗੇ ਜਿਹੜੇ ਹੈਗੇ ਨੇਗੇ, ਰਾਸ਼ਟਰਪਤੀ ਤਾਂ ਚਲੋ ਅਲੱਗ ਰਹਿ ਗਿਆ, ਵਾਈਸ ਪ੍ਰੈਸੀਡੈਂਟ ਵੀ ਅਲੱਗ ਲੈ ਗਿਆ, ਆਪਣਾ ਪ੍ਰਧਾਨ ਮੰਤਰੀ ਹੋ ਗਿਆ ਜੀ। ਤੇ ਪ੍ਰਧਾਨ ਮੰਤਰੀ ਦਾ ਜਿਹੜਾ ਮੰਤਰੀ ਪਰਿਸ਼ਦ ਹੈ, ਉਹੀ ਜਿਹੜੇ ਆਪਣੇ ਲੋਕ ਸਭਾ ਦੇ ਮੈਂਬਰ ਹੋਣਗੇ ਜਾਂ ਰਾਜ ਸਭਾ ਦੇ ਮੈਂਬਰ ਹੋਣਗੇ, ਇਹੀ ਕਾਨੂੰਨ ਬਣਾਉਣ ਦਾ ਅੱਗੇ ਕੰਮ ਕਰਨਗੇ। ਤੇ ਇਹਨਾਂ ਨੇ ਤਾਂ ਕਾਨੂੰਨ ਬਣਾਤਾ ਜੀ। ਫਿਰ ਐਗਜ਼ੀਕਿਊਟਿਵ ਕਿਹੜੇ ਹੋ ਗਏ, ਐਗਜ਼ੀਕਿਊਟਿਵ ਦੇ ਵਿੱਚ ਜਿਹੜਾ ਹੈਗਾ ਆਪਣੇ ਪ੍ਰਧਾਨ ਮੰਤਰੀ ਤੇ ਇਹਨਾਂ ਦੇ ਮੰਤਰੀ ਪਰਿਸ਼ਦ ਨੇ ਅੱਗੇ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਕਰਨਾ ਹੈਗਾ। ਤੇ ਅਟਾਰਨੀ ਜਨਰਲ ਹੋ ਗਿਆ ਜੀ, ਜਿਹੜਾ ਸੈਂਟਰ ਦੀ ਸਰਕਾਰ ਦਾ ਵਕੀਲ ਹੋਊਗਾ। ਐਡਵੋਕੇਟ ਜਨਰਲ ਹੋ ਗਿਆ, ਜਿਹੜਾ ਸਟੇਟ ਦੀ ਸਰਕਾਰ ਦਾ ਵਕੀਲ ਹੋਊਗਾ। ਤਾਂ ਇਹਨਾਂ ਨੇ ਕੀ ਕਰਨਾ, ਕਾਨੂੰਨ ਬਣਾਉਣ, ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਕਰਨਾ ਹੈਗਾ। ਹੁਣ ਆਪਣੀ ਜਨਤਾ ਜਿਹੜੀ ਹੈਗੀ ਹੈ ਜੀ, ਉਹ ਆਪਣੀ ਫਰਿਆਦ ਕਿੱਥੇ ਲੈ ਕੇ ਜਾਂਦੀ ਹੈ, ਕੋਰਟ 'ਚ ਲੈ ਕੇ ਜਾਂਦੀ ਹੈ। ਜੇਕਰ ਹੁਣ ਕਾਨੂੰਨ ਜਿਹੜਾ ਹੈ ਭਾਰਤ ਆਪਣੇ ਸਪੋਜ਼ ਕਰੋ
ਫੰਡਾਮੈਂਟਲ ਰਾਈਟਸ ਨੂੰ ਆਪਣੇ ਤੋਂ ਖੋ ਰਿਹਾ ਹੋਵੇ, ਠੀਕ ਹੈ। ਤੇ ਆਪਣੀ ਜੁਡੀਸ਼ਰੀ ਜਿਹੜੀ ਹੈਗੀ ਹੈ ਐਗਜ਼ੀਕਿਊਟਿਵ ਤੇ ਜਾਂ ਲੈਜਿਸਲੇਚਰ ਤੇ, ਐਗਜ਼ੀਕਿਊਟਿਵ ਤੇ ਸਪੋਜ਼ ਕਰੋ ਡਿਪੈਂਡੈਂਟ ਹੋਵੇ, ਵੀ ਆਪਣੀਆਂ ਸ਼ਕਤੀਆਂ ਨੇ ਜਿਹੜੀਆਂ ਐਗਜ਼ੀਕਿਊਟਿਵ ਤੋਂ ਪੁੱਛ ਕੇ ਐਕਸਰਸਾਈਜ਼ ਕਰਨ ਦਾ ਕੰਮ ਕਰ ਰਹੀ ਹੋਵੇ, ਤਾਂ ਆਮ ਜਨਤਾ ਦਾ ਤਾਂ ਮਰ ਨਹੀਂ ਹੋ ਜਾਊਗਾ। ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਆਪਾਂ ਜੁਡੀਸ਼ਰੀ ਦੇ ਵਿੱਚ ਚੈਲੰਜ ਕਰਾਂਗੇ ਤੇ ਇਹਨਾਂ ਨੂੰ ਇਹਦੇ ਤੇ ਡਿਪੈਂਡੈਂਟ ਕਰ ਦਾਂਗੇ, ਤਾਂ ਜੁਡੀਸ਼ਰੀ ਵੀ ਆਪਦਾ ਪੂਰੇ ਅੱਛੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਊਗੀ, ਆਪਣੀ ਤਾਂ ਬਰਬਾਦੀ ਹੋ ਜਾਊਗੀ। ਤਾਂ ਜੁਡੀਸ਼ਰੀ ਦਾ ਜਿਹੜਾ ਹੈ ਜੀ ਆਪਣੀ ਕੰਟਰੀ ਦੇ ਵਿੱਚ ਇੰਡੀਪੈਂਡੈਂਟ ਹੋ ਕੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੁਡੀਸ਼ਰੀ ਨੇ ਜੀ ਬਲੈਸਿੰਗ ਇਨ ਡਿਸਗਾਈਜ਼ ਦਾ ਕੰਮ ਕੀਤਾ ਹੈਗਾ, ਕਾਫੀ ਟਾਈਮ ਤੇ ਜਿਹੜਾ ਹੈ ਆਪਣੀ ਦੇਸ਼ ਦੇ ਵਿੱਚ ਡੈਮੋਕ੍ਰੇਸੀ ਨੂੰ ਬਚਾਉਣ ਦਾ ਕੰਮ ਵੀ ਕੀਤਾ ਹੈਗਾ। ਤਾਂ ਆਰਟੀਕਲ 50 ਦੇ ਵਿੱਚ ਕਿਹਾ ਜਾਂਦਾ ਹੈਗਾ ਕਿ ਆਪਾਂ ਨੇ ਜਿਹੜਾ ਹੈ ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਦੇ ਨਾਲੋਂ ਅਲੱਗ ਕਰਕੇ ਰੱਖਣਾ ਹੈਗਾ, ਤਾਂ ਕਿ ਜਿਹੜਾ ਹੈ ਇਹਨਾਂ ਦੋਨੋਂ ਜਿਹੜੇ ਆਰਗਨਸ ਨੇਗੇ ਇਹ ਆਪਣਾ ਸਮੂਥ ਤਰੀਕੇ ਨਾਲ ਫੰਕਸ਼ਨਿੰਗ ਕਰਦੇ ਰਹਿਣ, ਠੀਕ ਹੈ ਜੀ। ਤੇ ਨੈਕਸਟ ਆਇਆ ਜੀ ਆਪਣੇ ਕੋਲੇ ਆਰਟੀਕਲ ਨੰਬਰ 51। ਆਰਟੀਕਲ ਨੰਬਰ 51 ਕੀ ਕਹਿੰਦਾ ਜੀ, ਟੂ ਪ੍ਰਮੋਟ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਐਂਡ ਟੂ ਮੇਨਟੇਨ ਜਸਟ ਐਂਡ ਆਨਰੇਬਲ ਰਿਲੇਸ਼ਨ ਬਿਟਵੀਨ ਨੇਸ਼ਨ, to foster respect for international law and treaty and obligation and to encourage settlement of international dispute by arbitration। ਇਹਦਾ ਕੀ ਮਤਲਬ ਹੋਇਆ ਜੀ ਕਿ ਜਿਹੜੇ ਵੀ ਆਪਾਂ ਨੇ, ਚਾਹੇ ਆਪਾਂ ਨੇ ਹੁਣ ਕਿਸੇ ਕੰਟਰੀ ਦੇ ਨਾਲ ਕੋਈ ਐਗਰੀਮੈਂਟ ਸਾਈਨ ਕੀਤਾ, ਕੋਈ ਸਮਝੌਤਾ ਸਾਈਨ ਕੀਤਾ, ਹੁਣ ਤੁਸੀਂ ਇੰਡੀਆ ਦਾ ਮੈਪ ਦੇਖਿਆ ਹੋਊਗਾ ਜੀ, ਇੰਡੀਆ ਦੇ ਮੈਪ ਦੇ ਨਾਲ ਸਾਫ ਜਿਹਾ ਬਣਾ ਲਈਏ। ਹਾਂ, ਇੱਥੇ ਜੇ ਕਿਤੇ ਨੇਪਾਲ ਕੰਟਰੀ ਆ ਗਈ, ਠੀਕ ਹੈ ਜੀ। ਹੁਣ ਜਿਹੜੇ ਸਪੋਜ਼ ਕਰੋ ਆਪਾਂ ਨੇ ਇੰਡੀਆ ਦੇ ਨੇ ਨੇਪਾਲ ਦੇ ਨਾਲ ਕਿਹੜਾ ਐਗਰੀਮੈਂਟ ਸਾਈਨ ਕੀਤਾ ਹੋਵੇ, ਹੁਣ ਆਪਾਂ ਇਹ ਨਹੀਂ ਕਹਾਂਗੇ ਨੇਪਾਲ ਹੈ ਜਿਹੜਾ ਚਾਈਨਾ ਤੇ ਇੰਡੀਆ ਦੇ ਵਿੱਚ ਛੋਟੀ ਜਿਹੀ ਕੰਟਰੀ ਹੈ, ਕੱਲ੍ਹ ਨੂੰ ਆਪਾਂ ਇਹ 'ਤੇ ਕਬਜ਼ਾ ਕਰ ਲਈਏ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੋ ਗਿਆ ਵੀ ਆਪਣੇ ਜਿਹੜਾ ਹੈ ਕਿਸੇ ਕੰਟਰੀ ਦੇ ਨਾਲ ਅਗਰ ਅੱਛੇ ਰਿਲੇਸ਼ਨ ਨੇ, ਜਾਂ ਆਪਾਂ ਕਿਸੇ ਕੰਟਰੀ ਦੇ ਨਾਲ ਕੋਈ ਸਮਝੌਤਾ ਸਾਈਨ ਕੀਤਾ ਹੈਗਾ, ਤਾਂ ਆਪਾਂ ਉਹ ਸਮਝੌਤੇ ਦਾ ਕੀ ਕਰਨਾ ਹੈਗਾ, ਉਹਦੀ ਰਿਸਪੈਕਟ ਕਰਨੀ ਹੈ, ਉਹਦੀ ਪਾਲਣਾ ਕਰਨੀ ਹੈਗੀ ਹੈ। ਤੇ ਇਹਦੇ ਵਿੱਚ ਕੀ ਹੈ, ਆਪਾਂ ਨੇ ਮੈਨਕਾਈਂਡ ਦੀ ਗੱਲ ਕਰਨੀ ਹੈਗੀ ਵੀ ਆਪਾਂ ਕਿਸੇ ਦੇਸ਼ ਦੇ ਦੂਸਰੇ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ, ਕੋਈ ਦੇਸ਼ ਆਪਣੇ ਦੇਸ਼ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ। ਤਾਂ ਇਹਦੇ ਵਿੱਚ ਕਿਹੜੀ ਐਗਜ਼ਾਮਪਲ ਆ ਗਈ ਜੀ, ਜਿਹੜਾ ਹੈਗਾ ਪੋਲਿਸੀ ਆਫ ਨੋਨ ਅਲਾਈਨਮੈਂਟ ਹੋ ਗਈ ਜੀ। ਇਸ ਤੋਂ ਇਲਾਵਾ ਪੰਚਸ਼ੀਲ ਦਾ ਕੰਸੈਪਟ ਆ ਗਿਆ। ਪੰਚਸ਼ੀਲ ਦੇ ਜਿਹੜੇ ਸਿਧਾਂਤ ਨੇ ਜੀ ਇਹ ਜਵਾਹਰ ਲਾਲ ਨਹਿਰੂ ਨੇ ਦਿੱਤੇ ਸੀ, ਤੇ ਪੰਚਸ਼ੀਲ ਜਿਹੜਾ ਐਗਰੀਮੈਂਟ ਹੈਗਾ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਸਾਈਨ ਹੋਇਆ ਸੀਗਾ, ਠੀਕ ਹੈ ਜੀ। ਤਾਂ ਇਹਦੇ ਅੰਡਰ ਕੀ ਹੋ ਗਿਆ ਆਪਣਾ ਬੇਸਿਕਲੀ ਕਿ ਆਪਾਂ ਨੇ ਜਿਹੜਾ ਹੈ ਕਿਸੇ ਦੇਸ਼ ਦੇ ਨਾਲ ਜਿਹੜੇ ਵੀ ਆਪਣੇ ਸਮਝੌਤੇ ਹੋਣਗੇ ਉਹਨਾਂ ਨੂੰ ਪ੍ਰਮੋਟ ਕਰਨ ਦਾ ਕੰਮ ਕਰਨਾ ਹੈਗਾ। ਹੁਣ DPSP ਦੇ ਵਿੱਚ ਸਾਰੀਆਂ ਚੀਜ਼ਾਂ ਚੰਗੀਆਂ ਤਾਂ ਹੋਣਗੀਆਂ ਨਹੀਂ ਜੀ। DPSP ਦਾ ਜੇ ਚੰਗੀਆਂ ਚੀਜ਼ਾਂ ਨਹੀਂ ਤਾਂ ਬੁਰੀਆਂ ਵੀ ਹੋਣਗੀਆਂ, ਤਾਂ ਕਿਤੇ ਨਾ ਕਿਤੇ ਜਿਹੜਾ ਹੈ DPSP ਦਾ ਕ੍ਰਿਟਿਸਿਜ਼ਮ ਵੀ ਦੇਖਣ ਨੂੰ ਮਿਲਦਾ ਹੈਗਾ। ਕੁਝ ਬੰਦੇ ਕਹਿੰਦੇ ਜੀ ਕਿ ਇਹਦੀ ਜਿਹੜਾ ਹੈ ਲੀਗਲ ਫੋਰਸ ਨਹੀਂ ਹੈਗੀ। ਲੀਗਲ ਫੋਰਸ ਮਤਲਬ ਕਿ ਸਰਕਾਰ ਦੇ ਉੱਤੇ ਇਹ ਬਾਈਂਡਿੰਗ ਨਹੀਂ ਹੈਗੇ ਵੀ ਇਹਨਾਂ ਨੇ ਇਹ ਲਾਜ਼ਮੀ ਕਰਨਾ ਹੀ ਕਰਨਾ ਹੈਗਾ, ਜਾਂ ਇਹਨਾਂ ਨੂੰ ਜਿਹੜਾ ਹੈ ਲਾਗੂ ਕਰਨਾ ਹੀ ਕਰਨਾ ਹੈ। ਇਹ ਸਰਕਾਰ ਦੀ ਮਰਜ਼ੀ ਹੈ ਵੀ ਕਿਸੇ ਨੂੰ ਲਾਗੂ ਕਰ ਸਕਦੀ ਹੈਗੀ ਹੈ, ਕਿਸੇ ਨੂੰ ਲਾਗੂ ਨਾ ਕਰੇ, ਠੀਕ ਹੈ। ਜਿਹਦੇ ਨਾਲ ਕੀ ਹੈ, ਲੋਕਾਂ ਦੇ ਵੈਲਫੇਅਰ ਦੇ ਵਿੱਚ ਕਿਤੇ ਨਾ ਕਿਤੇ ਡਿਲੇ ਦੇਖਣ ਨੂੰ ਮਿਲਦਾ ਹੈਗਾ। ਦੂਜਾ ਕੀ ਆਇਆ ਜੀ, ਇਹ ਇਲੌਜੀਕਲੀ ਅਰੇਂਜ ਨੇ। ਲੌਜੀਕਲੀ ਅਰੇਂਜ ਦਾ ਮਤਲਬ ਕੀ ਆਇਆ ਜੀ ਕਿ ਕੁਝ ਵੀ ਜਿਹੜੇ DPSP ਨੇ ਉਹ ਤਾਂ ਆਪਾਂ ਨੇ ਕੁਝ ਮਾਡਰਨ ਸਾਇੰਟੀਫਿਕ ਲਾਈਨਸ ਤੇ ਰੱਖੇ ਹੋਏ ਨੇਗੇ, ਮਤਲਬ ਜਿਵੇਂ ਆਪਾਂ ਕਹਿ ਦਈਏ ਸਾਇੰਟੀਫਿਕ ਲੈਵਲ ਤੇ ਐਗਰੀਕਲਚਰ ਦੀ ਪ੍ਰਮੋਸ਼ਨ ਕਰਨੀ ਹੈਗੀ ਹੈ। ਆਪਣਾ ਜਿਹੜਾ ਹੈ ਕੁਝ ਜਿਹੜਾ ਕਹਿ ਦਈਏ ਜੀ ਕਿ DPSP ਦੇ ਵਿੱਚ ਕਿਹਾ ਜਾਂਦਾ ਹੈਗਾ ਕਿ ਆਪਾਂ ਨੇ ਜਾਨਵਰਾਂ ਦੀ ਵੈਲਫੇਅਰ ਦਾ ਕੰਮ ਕਰਨਾ ਹੈਗਾ। ਤੇ ਇਹਦੇ ਨਾਲ ਹੀ ਕੁਝ ਆਪਾਂ ਨੇ DPSP ਐਸੇ ਰੱਖਤੇ ਜਿਹੜੇ ਕਹਿੰਦੇ ਨੇਗੇ ਵੀ ਆਪਾਂ ਨੇ ਫਿਲੋਸੋਫੀਕਲ ਲੈਵਲ ਤੇ ਰੱਖਦੇ ਵੀ ਯੂਨੀਫਾਰਮ ਸਿਵਲ ਕੋਡ ਹੈਗਾ, ਉਹਦੀ ਪਾਲਣਾ ਕਰਨੀ ਹੈ, ਲੋਕਾਂ ਦਾ ਭਲਾਈ ਕਰਨੀ ਹੈ, ਮਿਨੀਮਾਈਜ਼ ਕਰਨਾ ਇਨਇਕੁਐਲਿਟੀਜ਼ ਨੂੰ, ਵੀ ਉਹਦੇ ਲਈ ਸਰਕਾਰ ਨੂੰ ਸਮਾਂ ਚਾਹੀਦਾ ਹੈਗਾ। ਸਰਕਾਰ ਹੌਲੀ ਹੌਲੀ ਕੰਮ ਕਰ ਰਹੀ ਹੈਗੀ ਹੈ। ਤਾਂ ਇਹਨਾਂ ਨੂੰ ਮਤਲਬ ਕਿਹਾ ਜਾਂਦਾ ਵੀ ਇਹ ਲੌਜੀਕਲੀ ਅਰੇਂਜ ਨੇ, ਸਿਸਟਮੈਟਿਕ ਤਰੀਕੇ ਦੇ ਨਾਲ ਅਰੇਂਜ ਨਹੀਂ ਕੀਤੇ ਗਏ ਹੈਗੇ। ਤੀਜਾ ਕੀ ਆਇਆ ਜੀ, ਕੰਜ਼ਰਵੇਟਿਵ ਇਨ ਨੇਚਰ ਨੇ। ਕੰਜ਼ਰਵੇਟਿਵ ਇਨ ਨੇਚਰ ਮਤਲਬ ਇਹ ਇੱਕ ਚੀਜ਼ ਨੂੰ ਮੁੱਖ ਰੱਖਦੇ ਹੋਏ ਚੱਲਦੇ ਨੇ ਕਿ ਦੂਜੀ ਚੀਜ਼ ਨੂੰ ਫੋਲੋ ਨਹੀਂ ਕਰਦੇ ਹੈਗੇ, ਮਤਲਬ ਡੈਮੋਕ੍ਰੈਟਿਕ ਪ੍ਰਿੰਸੀਪਲਸ ਦੇ ਅਗੇਂਸਟ ਆ ਜਾਂਦੇ, ਮਤਲਬ ਅਲੱਗ-ਅਲੱਗ ਬੰਦਿਆਂ ਦੇ ਅਲੱਗ-ਅਲੱਗ ਵਿਊ ਆ ਜਾਂਦੇ ਨੇ ਜੀ। ਕੰਜ਼ਰਵੇਟਿਵ ਇਨ ਨੇਚਰ ਨੇਗੇ। ਇਸ ਤੋਂ ਬਾਅਦ ਆ ਗਿਆ ਜੀ ਆਪਣਾ ਜਿਹੜਾ ਹੈ ਇਟ ਮੇ ਪ੍ਰੋਡਿਊਸ ਕੌਨਸਟੀਟਿਊਸ਼ਨਲ ਕੌਨਫਲਿਕਟ ਬਿਟਵੀਨ ਸੈਂਟਰ ਐਂਡ ਸਟੇਟ। ਇਹਦੇ ਵਿੱਚ ਕੀ ਹੈ ਜੀ ਕਿ ਸੈਂਟਰ ਦੀ ਸਰਕਾਰ ਜੇਕਰ ਚਾਹੇ ਵੀ ਅਸੀਂ ਕੋਈ ਕਾਨੂੰਨ ਬਣਾਉਣਾ ਹੈਗਾ ਤੇ ਰਾਜ ਸਰਕਾਰਾਂ ਕਹਿਣ ਵੀ ਤੁਹਾਨੂੰ ਇਹਦੇ ਤੇ ਕਾਨੂੰਨ ਨਹੀਂ ਬਣਾਉਣਾ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਤਾਂ ਲੜਾਈ ਦਾ ਕਾਰਨ ਬਣ ਗਏ ਹੈਗੇ ਨੇ ਇਹ, ਠੀਕ ਹੈ ਜੀ। ਤਾਂ DPSP ਦੇ ਵਿੱਚ ਜਿਹੜਾ ਹੈ ਅਲੱਗ-ਅਲੱਗ ਰੀਜ਼ਨਸ ਕਰਕੇ ਜਿਹੜਾ ਹੈ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈਗਾ ਵੀ ਇਹਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਕੋਈ ਕਹਿੰਦੇ ਨੇ ਕਿ ਵੀ ਇਹਨੂੰ ਲੀਗਲ ਫੋਰਸ ਨਹੀਂ ਦਿੱਤੀ ਹੋਈ, ਕੁਝ ਇਹਨੂੰ ਕਹਿੰਦੇ ਨੇ ਕਿ ਵੀ ਇਹ ਕਾਫੀ ਅੱਛੇ ਨੇ, ਕਾਫੀ ਪਵਿੱਤਰ ਤਰੀਕੇ ਨਾਲ ਲਿਖੇ ਗਏ ਨੇ, ਮਤਲਬ ਚੰਗੀਆਂ ਚੀਜ਼ਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਬੁਰੀਆਂ ਚੀਜ਼ਾਂ ਵੀ ਸੁਣਨ ਨੂੰ ਮਿਲਦੀਆਂ ਨੇ, ਠੀਕ ਹੈ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਗਾਈਜ਼ ਇੰਨਾ ਹੀ। ਅਗਰ ਸੈਸ਼ਨ ਅੱਛਾ ਲੱਗਿਆ ਹੋਵੇ ਜੀ ਤਾਂ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ। ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ, ਠੀਕ ਹੈ ਜੀ। ਥੈਂਕ ਯੂ।